ਹਾਲੇਲੂਇਆ। प्रभु यीशु मसीह के सामर्थी नाम दे विच तुहानूं सब नूं जय मसीह दी। और अज का जिहड़ा टाइम है परमेश्वर जी ने सानूं बड़ा वधिया टाइम दिता और सानूं पिछले लंबे समय तो सानूं अज तक परमेश्वर जी ने साम के रखा। और कोरोना जही गंदी बीमारी के उत्ते परमेश्वर जी ने अपने लोगों को प्यार किया तो उन्होंने संभाल के रखा। आओ आप एक वचन दे विच चलदे हां। वचन दे जाण तो पहलां आपां एक छोटी प्रार्थना करांगे। सर्वशक्तिमान पिता परमेश्वर जी, असी अपने ईश्वर तुहाडा रूप आत्मा जुमस करदा नज़र आवे। प्रभु जी जिहड़े भैन भरा इस वचन नूं सुन, प्रभु जी उन्हां दीयां जिंदगियां बदल जाण, तेरा रूप आत्मा उन्हां दे विच काम करना शुरू हो जाए। मेरे यहोवा तुसीं सब कुछ कर सकदे हो। प्रभु यीशु मसीह दे सामर्थी नाम दे विच असीं मंगदे हां पिता परमेश्वर जी दे कोलों। आमीन आमीन। हालेलुया हालेलुया। और मैं दसना चाहुंदा हाँ जिन्हें भी प्रभु यीशु मसीह के नाम दे विच पास्टर गुरचरण सिंह जी नूं प्यार करते हैं, सब तो पहलां तो मैं उन्हों का वैलकम करदा, स्वागत करदा। और मैं दसना चाहुंदा कि ये प्रोग्राम जिहड़ा हैगा फेसबुक ते लाइव चलदा सी और किसी कारण नैट माध्यम दे नाल नहीं जुड़िया जा रहा और बार बार डिसकनैक्ट हो रही ने जदों भी फेसबुक लाइव होने आ। तो ये जिहड़ी हैगी असीं वीडियो बना के तां ही तुहाडे तक लैके आ रहे हैं। आओ असीं वचन दे विच चलदे हां। जदों असीं वचन पढ़दे हां पहला कुरंथियां 3 अध्याय उहदी 16 तो लैके 20 आयत तक जदों असीं पढ़ांगे। उच्ची पढ़ना बेटे, बेटी मेरे नाल है प्रीत इंद्रजीत कौर, और ये वचन पढ़नगे, वचन एक्सप्लेन करनगे। हाँ जी बोलो। हालेलुया। उच्ची बोलो बेटा। ਕੀ ਤੁਸੀਂ हाँ ਇਹ ਨਹੀਂ ਜਾਣਦੇ ਜੋ ਤੁਸੀਂ परमेश्वर ਦੀ ਹੈਕਲ ਹੋ। हाँ ਇੱਥੇ ਖੁਦਾ ਦਾ ਕਲਾਮ ਸਾਨੂੰ ਦੱਸ ਰਿਹਾ ਮੇਰੇ ਪਿਆਰਿਓ ਕਿ ਤੁਸੀਂ ਨਹੀਂ ਜਾਣਦੇ ਕਿ ਸਾਡਾ ਸਰੀਰ ਕੀ ਹੈ। ਸਾਡਾ ਸਰੀਰ ਇੱਕ ਪਰਮੇਸ਼ਵਰ ਜੀ ਦਾ ਪਵਿੱਤਰ ਮੰਦਰ ਹੈ, ਪਵਿੱਤਰ ਹੈਕਲ ਹੈ, ਉਹਦਾ ਪਵਿੱਤਰ ਘਰ ਹੈ ਜਿੱਥੇ ਪਰਮੇਸ਼ਵਰ ਰਹਿੰਦਾ ਹੈ। ਜਿਸ ਤਰ੍ਹਾਂ ਅਸੀਂ ਆਪਣੇ ਘਰ ਦੇ ਵਿੱਚ ਰਹਿੰਦੇ ਹਾਂ, ਉਹਨੂੰ ਸਾਫ਼ ਸੁਥਰਾ ਕਰਕੇ, ਉਹਨੂੰ ਵਧੀਆ ਸਫੈਦੀ ਕਰਕੇ, ਉਹਨੂੰ ਵਧੀਆ ਅਸੀਂ ਝਾੜੂ ਪੋਚਾ ਲਗਾ ਕੇ, ਕਿਉਂਕਿ ਅਸੀਂ ਉਹਨੂੰ ਹਰ ਰੋਜ਼ ਸਿੰਬਰਦੇ ਹਾਂ, ਹਰ ਟਾਈਮ ਪੋਚਾ ਲਗਾਉਂਦੇ ਹਾਂ, ਹਰ ਟਾਈਮ ਸਫਾਈ ਕਰਦੇ ਹਾਂ। ਲੇਕਿਨ ਕਿਉਂਕਿ ਉੱਥੇ ਅਸੀਂ ਰਹਿਣਾ ਹੈ। ਇਸੇ ਤਰ੍ਹਾਂ ਕਲਾਮ ਕੀ ਦੱਸਦਾ। ਹਾਂਜੀ ਦੁਬਾਰੇ ਪੜ੍ਹ ਦਿਓ ਇਸ ਵਚਨ ਨੂੰ। ਕੀ ਤੁਸੀਂ ਇਹ ਨਹੀਂ ਜਾਣਦੇ ਹੋ ਹਾਂ ਤੁਸੀਂ ਪਰਮੇਸ਼ਰ ਦੀ ਹੈਕਲ ਹੋ। ਹਾਂ ਕਹਿੰਦਾ ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ। ਹਾਲੇਲੂਇਆ। ਅੱਜ ਮੈਂ ਬਿਆਨ ਕਰਨਾ ਚਾਹੁੰਦਾ ਹਾਂ ਕਿ ਸਰਕਾਰਾਂ ਨੇ ਅੱਜ ਸਭ ਕਾਸੇ ਨੂੰ ਤਾਲੇ ਲਗਾ ਦਿੱਤੇ ਨੇ ਕਰੋਨਾ ਵਾਇਰਸ ਦੇ ਕਾਰਨ। ਦੇਖੋ ਤੁਸੀਂ ਵੱਡੇ ਵੱਡੇ ਮੰਦਰਾਂ ਨੂੰ ਦਰਵਾਜ਼ੇ ਲੱਗ ਚੁੱਕੇ ਨੇ ਸੌਰੀ, ਅਤੇ ਵੱਡੀਆਂ ਵੱਡੀਆਂ ਮਸਜਿਦਾਂ ਨੂੰ ਦਰਵਾਜ਼ੇ ਲੱਗ ਚੁੱਕੇ ਨੇ, ਅਤੇ ਚਰਚਾਂ ਨੂੰ ਦਰਵਾਜ਼ੇ ਲੱਗ ਚੁੱਕੇ ਨੇ, ਗੁਰੂ ਘਰਾਂ ਨੂੰ ਦਰਵਾਜ਼ੇ ਲੱਗ ਚੁੱਕੇ ਨੇ। ਸੋ ਅੱਜ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਇੱਥੋਂ ਤੱਕ ਕਿ ਗੌਰਮੈਂਟਾਂ ਨੇ ਸਾਡੇ ਖੁਦ ਦੇ ਵੀ ਲੋਕ ਲਗਾ ਦਿੱਤੇ ਨੇ ਵੀ ਤੁਸੀਂ ਵੀ ਆਪਣੇ ਘਰੋਂ ਬਾਹਰ ਨਹੀਂ ਆਉਣਾ। ਕਿਉਂਕਿ ਤੁਸੀਂ ਆਪਣੇ ਘਰ ਦੇ ਵਿੱਚ ਰਹੋ। ਅਤੇ ਪਰਮੇਸ਼ਰ ਦਾ ਵਚਨ ਦੁਆਰਾ ਪੜ੍ਹਦੇ ਇਹ ਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਜਿਹੜਾ ਹੈ ਉਹ ਪਰਮੇਸ਼ਵਰ ਜੀ ਦੀ ਪਵਿੱਤਰ ਹੈਕਲ ਹੈ, ਉਹਦਾ ਪਵਿੱਤਰ ਮੰਦਰ ਹੈ, ਉਹਦਾ ਪਵਿੱਤਰ ਘਰ ਹੈ। ਹਾਲੇਲੂਇਆ। ਉਹ ਸਿਆਣੇ ਕਈ ਵਾਰੀ ਕਹਿੰਦੇ ਹੁੰਦੇ ਨੇ, ਕਹਿੰਦੇ ਪਰਮੇਸ਼ਵਰ ਤਾਂ ਤੇਰੇ ਤੋਂ ਵੱਖ ਨਹੀਂ ਪਰ ਦੇਖਣ ਵਾਲੀ ਅੱਖ ਨਹੀਂ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਅੱਜ ਵੀ ਪਰਮੇਸ਼ਵਰ ਭਾਵੇਂ ਇਹ ਸੰਸਾਰ ਨੇ, ਭਾਵੇਂ ਇਹ ਗੌਰਮੈਂਟਾਂ ਨੇ, ਇਹ ਭਾਵੇਂ ਇੱਥੇ ਦੇ ਕਾਨੂੰਨ ਨੇ ਸਾਨੂੰ ਲੋਕਡਾਊਨ ਕਰ ਦਿੱਤਾ ਹੈ, ਸਾਡੇ ਲਈ ਹਰੇਕ ਦਰਵਾਜ਼ਾ ਬੰਦ ਕਰ ਦਿੱਤਾ ਹੈ, ਸਾਡੇ ਲਈ ਹਰੇਕ ਮਸਜਿਦ ਦਾ ਦਰਵਾਜ਼ਾ ਬੰਦ ਕੀਤਾ ਹੈ, ਗੁਰੂ ਘਰ ਦਾ ਦਰਵਾਜ਼ਾ ਬੰਦ ਕੀਤਾ ਹੈ, ਚਰਚਾਂ ਦੇ ਦਰਵਾਜ਼ੇ ਬੰਦ ਕੀਤੇ ਨੇ, ਮੰਦਰਾਂ ਦੇ ਦਰਵਾਜ਼ੇ ਬੰਦ ਕੀਤੇ ਨੇ। ਸੋ ਪਿਆਰਿਓ ਇੱਕ ਦਰਵਾਜ਼ਾ ਸਦਾ ਲਈ ਖੁੱਲ੍ਹਾ ਰਹਿੰਦਾ ਹੈ। ਹਾਲੇਲੂਇਆ। ਉਹ ਸਦਾ ਲਈ ਇੱਕ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ, ਉਹਦਾ ਨਾਮ ਆ ਪ੍ਰਭੂ ਯਿਸੂ ਮਸੀਹ। ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਉਹਦੇ ਦਰਵਾਜ਼ੇ ਖੁਲਾਉਣ ਦੀ ਜ਼ਰੂਰਤ ਨਹੀਂ, ਕਿਸੇ ਦੇ ਦਰ 'ਤੇ ਜਾ ਕੇ ਦਰਵਾਜ਼ਾ ਖਟਖਟਾਉਣ ਦੀ ਜ਼ਰੂਰਤ ਨਹੀਂ। ਜੇ ਜ਼ਰੂਰਤ ਹੈ ਤਾਂ ਖੁਦਾ ਦਾ ਵਚਨ ਦੱਸਦਾ ਹੈ, ਕਹਿੰਦਾ ਤੁਸੀਂ ਆਪਣੇ ਘਰ ਦੇ ਵਿੱਚ ਗੁਪਤ ਦੇ ਵਿੱਚ ਪ੍ਰਾਰਥਨਾ ਕਰੋ, ਆਪਣੀ ਕੋਠੜੀ ਦੇ ਦਰਵਾਜ਼ੇ ਨੂੰ ਬੰਦ ਕਰਕੇ ਆਪਣੇ ਅੰਦਰ ਪ੍ਰਾਰਥਨਾ ਕਰੋ। ਉੱਥੇ ਪ੍ਰਾਰਥਨਾ ਕਰੋ ਜਿੱਥੇ ਤੁਹਾਨੂੰ ਕੋਈ ਦੇਖ ਨਾ ਸਕਦਾ ਹੋਵੇ। ਸੋ ਅਸੀਂ ਮੋੜਾਂ 'ਤੇ ਖੜ੍ਹ ਕੇ ਧਰਮੀ ਬਣ ਕੇ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪਰਮੇਸ਼ਵਰ ਸਾਡੇ ਅੰਦਰ ਪਰਮੇਸ਼ਵਰ ਵਾਸ ਕਰਦਾ ਹੈ। ਲੇਕਿਨ ਜਦੋਂ ਹੀ ਪਰਮੇਸ਼ਵਰ ਸਾਡੇ ਅੰਦਰ ਵਾਸ ਕਰਦਾ ਹੈ ਉਦੋਂ ਮਨੁੱਖ ਇੰਨੇ ਕੁ ਖੁਦਗਰਜ਼ ਦੇ ਨਾਲ ਭਰ ਜਾਂਦਾ ਹੈ ਕਿ ਉਹਦੇ ਅੰਦਰਲੀ ਸਾਮਰਥ ਜਿਹੜੀ ਪਰਮੇਸ਼ਵਰ ਦੀ ਹੁੰਦੀ ਆ ਉਹਨੂੰ ਸਮਝ ਹੀ ਨਹੀਂ ਪਾਉਂਦਾ।
ਸਾਨੂੰ ਅੱਜ ਟਾਈਮ ਫालतू ਟਾਈਮ ਬਿਤਾਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਆਪਣੇ ਪਰਮੇਸ਼ਵਰ ਜੀ ਦੇ ਨਾਲ ਚੱਲਣ ਦੀ ਜ਼ਰੂਰਤ ਹੈ। ਉਹ ਪਰਮੇਸ਼ਵਰ ਨੂੰ ਜਗਾਉਣ ਦੀ ਜ਼ਰੂਰਤ ਹੈ ਜਿਹੜਾ ਅੰਦਰ ਸੁੱਤਾ ਹੈ। ਉਹ ਜੋਤ ਨੂੰ ਜਗਾਉਣ ਦੀ ਜ਼ਰੂਰਤ ਹੈ ਜਿਹੜੀ ਅੰਦਰ ਸਾਡੇ ਜਗ ਰਹੀ ਹੈ। ਇਹ ਸਰੀਰ ਅੱਜ ਤਾਂ ਹੀ ਜਿੰਦਾ ਹੈ ਜੇਕਰ ਉਹਦੀ ਜੋਤ ਸਾਡੇ ਅੰਦਰ ਜਗ ਰਹੀ ਹੈ। ਜਦੋਂ ਉਹਦੀ ਜੋਤ ਚਲੀ ਜਾਂਦੀ ਹੈ ਤਾਂ ਉਸੇ ਟਾਈਮ ਇਹ ਮਿੱਟੀ ਬਣ ਜਾਂਦਾ। ਉਸੇ ਟਾਈਮ ਲੋਕੀ ਕਹਿਣ ਲੱਗ ਜਾਂਦੇ ਨੇ ਇਹਨੂੰ ਚੱਕ ਲਓ, ਮਿੱਟੀ ਨੂੰ ਬਦੀਨ ਨਹੀਂ ਕਰਨਾ, ਇਹਨੂੰ ਲੈ ਚੱਲੋ, ਇਹ ਤਾਂ ਹੁਣ ਮਰ ਗਿਆ, ਇਹ ਤਾਂ ਮਿੱਟੀ ਹੈ। ਮੇਰੇ ਪਿਆਰਿਓ, ਜੇਕਰ ਗੌਰਮੈਂਟਾਂ ਜੋ ਕਰਦੀਆਂ ਨੇ ਉਹ ਸਾਡੀ ਭਲਾਈ ਦੇ ਲਈ ਕਰਦੀਆਂ ਨੇ। ਜੇਕਰ ਗੌਰਮੈਂਟਾਂ ਨੇ ਲੋਕਡਾਊਨ ਕੀਤਾ ਤਾਂ ਉਹ ਸਾਡੀ ਭਲਾਈ ਦੇ ਲਈ ਕੀਤਾ ਹੈ। ਜੇਕਰ ਹਰੇਕ ਦਰਵਾਜ਼ੇ ਨੂੰ ਬੰਦ ਕੀਤਾ ਹੈ ਤਾਂ ਉਹਨਾਂ ਨੇ ਸਾਡੀ ਭਲਾਈ ਦੇ ਲਈ ਨੂੰ ਕੀਤਾ ਹੈ। ਲੇਕਿਨ ਇਸ ਗੱਲ ਨੂੰ ਸਮਝੋ, ਜੇ ਦੁਨੀਆ ਨੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਤਾਂ ਪਰਮੇਸ਼ਵਰ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੋਇਆ। ਉਹ ਦਰਵਾਜ਼ਾ ਸਦਾ ਲਈ ਸਾਡੇ ਲਈ ਖੁੱਲ੍ਹਿਆ ਰਹਿੰਦਾ ਹੈ। ਹਾਂਜੀ, ਅਗਲਾ ਵਚਨ ਪੜ੍ਹੋ ਬੇਟਾ। ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਪਰਮੇਸ਼ਵਰ ਜੀ ਦਾ ਆਤਮਾ ਸਾਡੇ ਵਿੱਚ ਵਸਦਾ ਹੈ। ਹਾਂਜੀ, ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਰ ਉਹਦਾ ਨਾਸ਼ ਕਰੇਗਾ। ਆਮੀਨ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਜਿਹੜਾ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰਦਾ ਹੈ। ਨਾਸ਼ ਦਾ ਮਤਲਬ ਕੀ ਕਰਦਾ ਹੈ? ਜਿਹੜਾ ਇਹ ਸਰੀਰ ਦੇ ਨਾਲ ਨਸ਼ੇ ਕਰਦਾ ਹੈ, ਜਰਦੇ ਬੀੜੀਆਂ ਸਿਰਗਟਾਂ ਪੀਂਦਾ, ਦਾਰੂਆਂ ਪੀਂਦਾ, ਭੁੱਕੀਆਂ ਫੀਮਾਂ ਸ਼ਰਾਬਾਂ ਪੀਂਦਾ ਔਰ ਵਿਭਚਾਰ ਕਰਦਾ ਇਸ ਸਰੀਰ ਦੇ ਦੁਆਰਾ, ਬਦਮਾਸ਼ੀ ਕਰਦਾ ਇਸ ਸਰੀਰ ਦੇ ਦੁਆਰਾ, ਤਾਂ ਪਰਮੇਸ਼ਰ ਉਹਦੇ ਸਰੀਰ ਨੂੰ ਫਿਰ ਬਿਮਾਰੀ ਲਗਾ ਦਿੰਦਾ, ਉਹਨੂੰ ਸਦਾ ਦੇ ਲਈ ਹੀ ਮੰਜੇ ਦੇ ਵਿੱਚ ਪਾ ਦਿੰਦਾ। ਉਹ ਜ਼ਿੰਦਗੀ ਤਾਂ ਜਿੰਦਾ ਇਨਸਾਨ, ਲੇਕਿਨ ਉਹ ਖੁਸ਼ੀ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦਾ, ਉਹ ਆਨੰਦ ਦੇ ਨਾਲ ਜ਼ਿੰਦਗੀ ਨਹੀਂ ਜੀ ਸਕਦਾ, ਉਹ ਇੱਕ ਤੰਦਰੁਸਤੀ ਵਾਲੀ ਲਾਈਫ ਨਹੀਂ ਜੀ ਸਕਦਾ। ਕਿਉਂ? ਕਿਉਂਕਿ ਪਰਮੇਸ਼ਵਰ ਜੀ ਦਾ ਕਲਾਮ ਦੱਸਦਾ, ਕਹਿੰਦਾ ਤੇਰਾ ਸਰੀਰ ਮੇਰਾ ਪਵਿੱਤਰ ਮੰਦਰ ਹੈ ਔਰ ਜਿਹੜਾ ਮੇਰੇ ਪਵਿੱਤਰ ਮੰਦਰ ਦਾ ਨਾਸ਼ ਕਰਦਾ ਮੈਂ ਉਹਦਾ ਨਾਸ਼ ਕਰ ਦਿੰਦਾ। ਹਾਲੇਲੂਇਆ। ਮੇਰੇ ਅਜੀਜ਼ੋ, ਇਸ ਕਰਕੇ ਇਹ ਜਿਹੜਾ ਘਰ ਹੈ ਪਰਮੇਸ਼ਵਰ ਦਾ ਸਾਨੂੰ ਸਾਫ਼ ਸੁਥਰਾ ਕਰਕੇ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਸਾਡਾ ਪਰਮੇਸ਼ਵਰ ਜਿਹੜਾ ਹੈਗਾ ਉਹ ਪਵਿੱਤਰ ਪਰਮੇਸ਼ਵਰ ਹੈ। ਉਹ ਪਵਿੱਤਰ ਜਗ੍ਹਾ 'ਤੇ ਰਹਿਣਾ ਪਸੰਦ ਕਰਦਾ ਹੈ। ਹਾਲੇਲੂਇਆ। ਸੋ ਜਿਹੜੇ ਮੇਰੇ ਭੈਣ ਭਰਾ ਇਸ ਸਰੀਰ ਦੇ ਨਾਲ ਨਸ਼ੇ ਕਰਦੇ ਨੇ, ਬਦਮਸਤੀਆਂ ਕਰਦੇ ਨੇ, ਵਿਭਚਾਰ ਕਰਦੇ ਨੇ, ਅੱਜ ਦੇ ਸਮੇਂ ਦੇ ਅਕੋਰਡਿੰਗ ਚੱਲਦੇ ਨੇ, ਜਿਹੜੇ ਸੋਚਦੇ ਨੇ ਕਿ ਹਾਂ ਬਸ ਲਾਈਫ ਤਾਂ ਮੇਰੀ ਹੀ ਹੈ, ਲੋਕ ਤਾਂ ਸਾਰੇ ਪਾਗਲ ਨੇ, ਮੈਨੂੰ ਜ਼ਿੰਦਗੀ ਜੀਣੀ ਆਉਂਦੀ ਹੈ, ਉਹ ਨਹੀਂ ਮੇਰੇ ਭਰਾਵੋ, ਇੱਦਾਂ ਦਾ ਕੁਝ ਵੀ ਨਹੀਂ ਹੈ। ਜੇਕਰ ਅਸੀਂ ਆਪਣੀ ਹਿਸਾਬ ਦੇ ਨਾਲ ਜ਼ਿੰਦਗੀ ਜੀਣੀ ਹੁੰਦੀ ਤਾਂ ਦੁਨੀਆ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜੀ ਰਹੀ ਹੈ। ਕਿਉਂ ਦੁਖੀ ਹੈ? ਉਹ ਤਾਂ ਦੁਖੀ ਹੈ ਕਿਉਂਕਿ ਉਹਨਾਂ ਨੇ ਰੱਬ ਦੀ ਗੱਲ ਨੂੰ ਮੰਨਿਆ ਨਹੀਂ। ਜਦੋਂ ਵੀ ਧਰਤੀ ਦੇ ਉੱਤੇ ਹਨੇਰਾ ਆਇਆ, ਜਦੋਂ ਵੀ ਧਰਤੀ 'ਤੇ ਕਾਲ ਪਿਆ, ਜਦੋਂ ਵੀ ਧਰਤੀ 'ਤੇ ਮਹਾਪਰਲੋ ਆਈ ਹੈ, ਜਦੋਂ ਵੀ ਧਰਤੀ 'ਤੇ ਵਿਨਾਸ਼ ਹੋਇਆ, ਉਦੋਂ ਹੀ ਵਿਨਾਸ਼ ਹੋਇਆ ਜਦੋਂ ਧਰਤੀ ਦੇ ਉੱਤੇ ਪਾਪ ਵਧੇ ਨੇ। ਤਾਂ ਪਰਮੇਸ਼ਵਰ ਜੀ ਨੇ ਕੀ ਕਿਹਾ ਸੀ? ਸਵਰਗੀ ਦੂਤ ਨੂੰ ਭੇਜਿਆ, ਕਹਿੰਦਾ ਜਾ ਕੇ ਲੂਤ ਨੂੰ ਕਹਿ ਮੈਂ ਸਦੋਮ ਤੇ ਅਮੋਰਾ ਦੇ ਉੱਤੇ ਅੱਗ ਵਰਸਾਉਣ ਲੱਗਿਆ ਕਿ ਜਲਦੀ ਆਪਣੇ ਪਰਿਵਾਰ ਨੂੰ ਲੈ ਕੇ ਪਹਾੜ ਦੇ ਉੱਤੇ ਚੜ੍ਹਿਆ ਜਾ। ਲੇਕਿਨ ਜਦੋਂ ਸਵਰਗੀ ਦੂਤ ਨੇ ਜਾ ਕੇ ਨਬੀ ਲੂਤ ਨੂੰ ਦੱਸਿਆ ਕਿ ਜਲਦੀ ਆਪਣੇ ਪਰਿਵਾਰ ਨੂੰ ਲੈ ਕੇ ਚਲਾ ਜਾ ਕਿ ਅੱਜ ਪਰਮੇਸ਼ਵਰ ਅੱਗ ਦੇ ਗੋਲੇ ਵਰਸਾਏਗਾ ਤੇ ਸਦੋਮ ਤੇ ਅਮੋਰਾ ਨੂੰ ਨਾਸ਼ ਕਰੇਗਾ। ਕਿਉਂਕਿ ਉਹਨਾਂ ਨਗਰਾਂ ਦੇ ਵਿੱਚ ਪਾਪ ਵੱਧ ਚੁੱਕਿਆ ਸੀ। ਪਰਮੇਸ਼ਵਰ ਉਹਨਾਂ ਨੂੰ ਤਬਾਹ ਕਰਦਾ ਜਿੱਥੇ ਪਾਪ ਵੱਧ ਜਾਂਦਾ। ਇਸ ਕਰਕੇ ਪਰਮੇਸ਼ਵਰ ਜੀ ਨੇ ਕਿਹਾ, ਕਹਿੰਦਾ ਤੌਬਾ ਕਰੋ ਤੇ ਮੁੜੋ ਤੇ ਤੁਹਾਡੇ ਲਈ ਸੁੱਖ ਦੇ ਦਿਨ ਆਉਣ। ਜੇ ਸ਼ੈਤਾਨ ਨੇ ਸਾਡੇ ਤੋਂ ਗਲਤੀ ਕਰਵਾਈ ਹੈ ਤਾਂ ਮੁੜ ਆਓ, ਕੋਈ ਨਹੀਂ, ਖੁਦਾ ਸਾਨੂੰ ਮਾफ़ ਕਰੇਗਾ। ਪਰਮੇਸ਼ਵਰ ਸਾਨੂੰ ਮਾफ़ ਕਰਕੇ, ਜੇਕਰ ਸਾਡਾ ਬੱਚਾ ਲਿਬੜ ਜੇ, ਜੇਕਰ ਸਾਡਾ ਬੱਚਾ ਚਿੱਕੜ 'ਚ ਗਿਰ ਜੇ ਤਾਂ ਮਾਂ ਅਤੇ ਪਿਓ ਉਹਨੂੰ ਚਿੱਕੜ 'ਚੋਂ ਉਠਾ ਕੇ ਗਲ ਨਾਲ ਲਾਉਣ ਦੀ ਸਾਮਰਥ ਰੱਖਦੇ ਨੇ। ਕਿਉਂਕਿ ਉਹਨੇ ਜਨਮ ਦਿੱਤਾ ਹੁੰਦਾ ਆਪਣੇ ਬੱਚਿਆਂ ਨੂੰ। ਹਾਲੇਲੂਇਆ। ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਜਿੱਦਾਂ ਸਾਡੇ ਬੱਚੇ ਸਾਡੇ ਉੱਤੇ ਨਿਰਭਰ ਰਹਿੰਦੇ ਨੇ, ਉਹ ਸਾਡੀ ਹਮਸ਼ਕਲ ਦੇ ਵਿੱਚ ਪੈਦਾ ਹੁੰਦੇ ਨੇ। ਸਾਡੇ ਬੱਚੇ ਜਾਂ ਤਾਂ ਪਿਓ 'ਤੇ ਜਾਣਗੇ ਜਾਂ ਫਿਰ ਮੰਮੀ 'ਤੇ ਜਾਣਗੇ, ਦੋਨਾਂ 'ਚੋਂ ਇੱਕ ਜਣੇ ਦੀ ਸ਼ਕਲ ਤਾਂ ਹੋਏਗੀ ਸਾਡੇ ਬੱਚਿਆਂ ਦੀ। ਲੇਕਿਨ ਲੋਕਾਂ ਦੇ ਬੱਚਿਆਂ ਦੀ ਕਿਉਂ ਨਹੀਂ ਸਾਡੇ ਨਾਲ ਸ਼ਕਲ ਮਿਲਦੀ? ਉਹ ਸਾਡਿਆਂ ਦੀ ਕਿਉਂ ਮਿਲਦੀ ਹੈ? ਉਹ ਤਾਂ ਮਿਲਦੀ ਹੈ ਕਿਉਂਕਿ ਉਹ ਸਾਡੇ ਨੇ, ਉਹ ਸਾਡਾ ਖੂਨ ਹੈ। ਇਸ ਕਰਕੇ ਪਰਮੇਸ਼ਵਰ ਜੀ ਦਾ ਬਚਨ ਕੀ ਕਹਿੰਦਾ ਤੁਸੀਂ ਖੂਨ ਦੇ ਕੇ ਖਰੀਦੇ ਗਏ ਹੋ। ਹਾਲੇਲੂਇਆ। ਪਰਮੇਸ਼ਵਰ ਦਾ ਕਲਾਮ ਕਹਿੰਦਾ ਕਿ ਮੈਂ ਤੁਹਾਨੂੰ ਆਪਣਾ ਖੂਨ ਦੇ ਕੇ ਖਰੀਦ ਲਿਆ ਸ਼ੈਤਾਨ ਤੋਂ, ਔਰ ਤੁਹਾਨੂੰ ਜਿੱਦੇ ਮੈਂ ਤਿਆਰ ਕੀਤਾ ਸੀ, ਤੁਹਾਨੂੰ ਆਪਣੇ ਸਵਰੂਪ ਦੇ ਉੱਤੇ ਤਿਆਰ ਕੀਤਾ ਸੀ। ਉਤਪਤੀ ਦੀ ਅੰਜੀਲ ਦੇ ਵਿੱਚ ਲਿਖਿਆ, ਉਤਪਤੀ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ। ਹਾਲੇਲੂਇਆ। ਔਰ ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਦੱਸਣ ਲੱਗਿਆ ਕਿ ਪਰਮੇਸ਼ਵਰ ਜੀ ਦਾ ਆਤਮਾ ਜਦੋਂ ਸਾਡੇ ਅੰਦਰ ਰਹਿੰਦਾ ਹੈ,
ਜੇ ਸਾਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਬਣਾਇਆ ਤਾਂ ਜੇਕਰ ਅਸੀਂ ਐਡੇ ਸੋਹਣੇ ਹੋ ਸਕਦੇ ਹਾਂ ਤਾਂ ਸਾਡਾ ਪਰਮੇਸ਼ਰ, ਸਾਡਾ ਸਤਿਗੁਰੂ ਯਿਸੂ ਮਸੀਹ ਕਿੱਡਾ ਸੋਹਣਾ ਹੋਣਾ, ਜਿਹਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ ਤੇ ਸਾਡੇ ਵਰਗਾ ਬਣ ਕੇ ਧਰਤੀ ਦੇ ਉੱਤੇ ਆਇਆ ਕਿ ਲਓ ਮੈਂ ਤੁਹਾਨੂੰ ਤੁਹਾਡੇ ਵਰਗਾ ਬਣ ਕੇ ਸਮਝਾ ਕੇ ਜਾਵਾਂ ਕਿ ਤੁਸੀਂ ਅੱਜ ਤੋਂ ਬਾਅਦ ਪਾਪ ਨਾ ਕਰਿਓ। ਮੇਰੇ ਅਜ਼ੀਜ਼ੋ, ਜਦੋਂ ਇੱਕ ਵਿਭਚਾਰਿਕ ਔਰਤ ਪਾਪ ਕਰਦੀ ਫੜੀ ਗਈ ਸੀ ਤਾਂ ਉਹਨਾਂ ਨੂੰ ਹੁਕਮ ਸੀ ਕਿ ਇਹਨੂੰ ਪੱਥਰ ਦੇ ਨਾਲ ਮਾਰਿਆ ਜਾਵੇ, ਕਿਉਂਕਿ ਮੂਸਾ ਦੀ ਵਿਵਸਥਾ ਦੇ ਵਿੱਚ ਲਿਖਿਆ ਹੈ। ਲੇਕਿਨ ਉਹ ਜਦੋਂ ਆ ਕੇ ਪ੍ਰਭੂ ਯਿਸੂ ਮਸੀਹ ਦੇ ਚਰਨਾਂ ਦੇ ਵਿੱਚ ਬੈਠ ਜਾਂਦੀ ਹੈ ਤੇ ਸਾਰੇ ਜਣੇ ਪੱਥਰ ਉਠਾਈ ਖੜੇ ਹੁੰਦੇ ਨੇ। ਉਹ ਕਹਿੰਦੇ ਨੇ ਪ੍ਰਭੂ ਇਹ ਤੋਂ ਦੂਰ ਹੋ ਜਾਏ, ਕਿਉਂਕਿ ਹੁਕਮ ਦੱਸਦਾ, ਵਿਵਸਥਾ ਦੱਸਦੀ ਇਹਨੂੰ ਪਥਰਾਓ ਕਰਕੇ ਮਾਰਨਾ ਹੈ। ਲੇਕਿਨ ਪਰਮੇਸ਼ਵਰ ਕੱਲੇ ਕੱਲੇ ਦੇ ਪਾਪਾਂ ਨੂੰ ਜ਼ਮੀਨ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ ਕਿ ਪਹਿਲਾ ਪੱਥਰ ਇਹਨੂੰ ਉਹ ਮਾਰੋ ਜਿਹਨੇ ਕਦੇ ਪਾਪ ਨਹੀਂ ਕੀਤਾ। ਹਾਲੇਲੂਇਆ। ਸੋ ਇੱਕ ਇੱਕ ਕਰਕੇ ਉਹ ਸਾਰੇ ਜਣੇ ਚਲੇ ਜਾਂਦੇ ਨੇ ਉਸ ਜਗ੍ਹਾ ਤੋਂ। ਮੈਂ ਇਹੀ ਗੱਲ ਦੱਸਣੀ ਚਾਹੁੰਦਾ ਹਾਂ, ਪਰਮੇਸ਼ਵਰ ਸਾਨੂੰ ਪਾਪੀਆਂ ਨੂੰ ਵੀ ਗੱਲ ਨਾਲ ਲਾਉਣ ਦੀ ਸਾਮਰਥ ਰੱਖਦਾ। ਕਿਉਂਕਿ ਅਸੀਂ ਉਹਦੀ ਸੰਤਾਨ ਹਾਂ, ਅਸੀਂ ਉਹਦੇ ਬੱਚੇ ਹਾਂ। ਭਾਵੇਂ ਅਸੀਂ ਗਲਤੀ ਕਰਦੇ ਹਾਂ ਪਰ ਫਿਰ ਵੀ ਉਹ ਸਾਨੂੰ ਗੱਲ ਨਾਲ ਲਾ ਕੇ ਇਹੀ ਕਹਿੰਦਾ ਕਿ ਇਹਨੇ ਪਾਪ ਨਹੀਂ ਕੀਤਾ। ਹਾਲੇਲੂਇਆ। ਸਾਡਾ ਬੱਚਾ ਚਾਹੇ ਬਾਹਰ ਜਿੰਨੇ ਮਰਜ਼ੀ ਕਤਲ ਕਰਕੇ ਆ ਜਾਏ, ਲੇਕਿਨ ਮਾਂ ਪਿਓ ਇਹੀ ਕਹਿਣਗੇ ਨਾ ਸਾਡੇ ਬੱਚੇ ਨੇ ਕਦੇ ਪਾਪ ਨਹੀਂ ਕੀਤਾ, ਸਾਡਾ ਬੱਚਾ ਇੱਦਾਂ ਨਹੀਂ ਕਰ ਸਕਦਾ। ਕਿਉਂਕਿ ਉਹ ਸਾਡਾ ਆ। ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਵੀ ਉਸ ਭੈਣ ਨੂੰ ਆਪਣੇ ਗਲ ਨਾਲ ਲਾਇਆ ਤੇ ਇੱਕ ਗੱਲ ਕਹੀ ਸੀ ਉਹਨੂੰ। ਜਦੋਂ ਸਾਰੇ ਜਣੇ ਚੱਲ ਗਏ ਸੀ ਤਾਂ ਇੱਕ ਗੱਲ ਕਹੀ ਸੀ, ਕਹਿੰਦਾ ਜਾ ਬੱਚੇ, ਤੈਨੂੰ ਉਹਨਾਂ ਨੇ ਨਹੀਂ ਮਾਰਿਆ, ਹੁਣ ਤੈਨੂੰ ਮੈਂ ਵੀ ਕੁਛ ਨਹੀਂ ਕਹਿੰਦਾ, ਲੇਕਿਨ ਅੱਗੇ ਤੋਂ ਜਾ ਕੇ ਪਾਪ ਨਾ ਕਰੀ। ਹਾਲੇਲੂਇਆ। ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਸੋ ਸਾਨੂੰ ਜਿਹੜੀ ਨਸੀਹਤ ਮਿਲਦੀ ਹੈ ਉਹ ਪਾਪ ਦੀ ਮਿਲਦੀ ਹੈ ਕਿ ਅਸੀਂ ਆਪਣੇ ਸਰੀਰ ਦੇ ਦੁਆਰਾ ਕਦੇ ਪਾਪ ਨਹੀਂ ਕਰਨਾ। ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡਾ ਖੁਦਾਵੰਦ ਨਾਰਾਜ਼ ਹੋ ਜਾਏ, ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡਾ ਪਰਮੇਸ਼ਰ ਦਾ ਹੱਥ ਸਾਡੇ ਤੋਂ ਦੂਰ ਹੋ ਜਾਏ, ਉਹ ਕੰਮ ਨਹੀਂ ਕਰਨਾ ਜਿਹਦੇ ਨਾਲ ਪਵਿੱਤਰ ਆਤਮਾ ਸਾਡੇ ਤੋਂ ਵਿਛੜ ਜਾਵੇ। ਕਿਉਂਕਿ ਉਹ ਪਵਿੱਤਰ ਭਾਂਡੇ ਦੇ ਵਿੱਚ ਰਹਿਣਾ ਚਾਹੁੰਦਾ, ਉਹ ਪਵਿੱਤਰ ਘਰ ਦੇ ਵਿੱਚ ਰਹਿਣਾ ਚਾਹੁੰਦਾ, ਉਹ ਪਵਿੱਤਰ ਮੰਦਿਰ ਦੇ ਵਿੱਚ ਰਹਿਣਾ ਚਾਹੁੰਦਾ। ਜਿੰਨਾ ਇਹ ਸਰੀਰ ਪਵਿੱਤਰ ਹੋਏਗਾ ਉਨਾ ਹੀ ਪਰਮੇਸ਼ਵਰ ਜੀ ਤੁਹਾਡੇ ਨਜ਼ਦੀਕ ਰਹਿਣਾ ਪਸੰਦ ਕਰਦੇ ਨੇ। ਆਮੀਨ। ਹਾਲੇਲੂਇਆ। ਹਾਂਜੀ ਬੇਟਾ, ਅਗਲਾ ਬਚਨ ਪੜ੍ਹ ਦਿਓ। ਕਿਉਂ ਜੋ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ। ਹਾਂ, ਕਿਉਂ ਜੋ ਪਰਮੇਸ਼ਵਰ ਜੀ ਦੀ ਹੈਕਲ ਪਵਿੱਤਰ ਹੈ, ਇਹੋ ਅਸੀਂ ਹਾਂ। ਜਿਹੜੇ ਇਸ ਦਾ ਨਾਸ਼ ਕਰਦੇ ਨੇ ਪਰਮੇਸ਼ਰ ਉਹਦਾ ਨਾਸ਼ ਕਰ ਦਿੰਦਾ। ਤੁਸੀਂ ਬਾਈਬਲ ਦੇ ਵਿੱਚ ਜਦੋਂ ਪੜ੍ਹੋਗੇ, ਸੈਮਸੰਗ ਨਬੀ ਨੂੰ ਪੜ੍ਹ ਲਿਓ ਕਦੇ। ਔਰ ਸੈਮਸੰਗ ਨਬੀ ਬੜਾ ਬਲਵਾਨ ਸੀਗਾ, ਉਹ ਜੋ ਅੰਨਾ ਜ਼ੋਰ ਸੀਗਾ, ਉਹ ਇਕੱਲਾ ਹੀ ਹਜ਼ਾਰਾਂ ਲੋਕਾਂ ਨੂੰ ਮਾਰਨ ਦੀ ਸ਼ਕਤੀ ਰੱਖਦਾ ਸੀ ਔਰ ਸਾਰੇ ਲੋਕ, ਸਾਰੇ ਰਾਜੇ ਉਹ ਤੋਂ ਡਰਦੇ ਸੀ। ਲੇਕਿਨ ਉਹਦੇ ਮਰਨ ਦਾ ਇੱਕ ਰਾਜ ਸੀ ਜਿਹੜਾ ਕਿਸੇ ਨੂੰ ਨਹੀਂ ਪਤਾ ਲੱਗਿਆ। ਹਾਲੇਲੂਇਆ। ਲੇਕਿਨ ਜਿਹੜਾ ਪਰਮੇਸ਼ਰ ਦੀ ਹੈਕਲ ਦਾ ਨਾਸ਼ ਕਰਦਾ ਹੈ, ਪਰਮੇਸ਼ਰ ਉਹਦਾ ਨਾਸ਼ ਕਰ ਦਿੰਦਾ। ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਰ ਜੀ ਨੇ ਸੈਮਸੰਗ ਦੇ ਨਾਲ ਉਹਨਾਂ ਚਿਰ ਕੰਮ ਕੀਤਾ ਜਿੰਨਾ ਚਿਰ ਉਹਦੀ ਹੈਕਲ ਪਵਿੱਤਰ ਸੀ। ਲੇਕਿਨ ਇੱਕ ਫਲਿਸਤਰੀ ਰਾਜੇ ਨੇ ਸੁੰਦਰ ਇਸਤਰੀ ਲਈ ਤੇ ਉਹਨੂੰ ਮੋਹਿਤ ਕਰਨ ਵਾਸਤੇ ਭੇਜ ਦਿੱਤਾ ਕਿ ਜਾ ਕੇ ਸੈਮਸੰਗ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ, ਤਾਂ ਕਿ ਉਹਦੀ ਅਸੀਂ ਕਮਜ਼ੋਰੀ ਲੱਭ ਸਕੀਏ, ਤਾਂ ਕਿ ਉਹਨੂੰ ਪੁੱਛ ਸਕੀਏ ਕਿ ਉਹਨੂੰ ਮਾਰਨਾ ਕਿਵੇਂ ਹੈ। ਤਾਂ ਉਹ ਸੁੰਦਰ ਔਰਤ ਨੇ ਸੈਮਸੰਗ ਨਬੀ ਦੇ ਕੋਲ ਆ ਕੇ ਉਹਨੂੰ ਆਪਣੇ ਪ੍ਰੇਮ ਦੇ ਜਾਲ ਦੇ ਵਿੱਚ ਐਸਾ ਫਸਾਇਆ ਕਿ ਉਹਨੂੰ ਪੁੱਛ ਹੀ ਲਿਆ ਕਿ ਤੇਰੇ ਨਾ ਮਰਨ ਦਾ ਰਾਜ ਕੀ ਹੈ। ਪਹਿਲਾਂ ਤਾਂ ਉਹਨੇ ਝੂਠ ਬੋਲਿਆ, ਲੇਕਿਨ ਬਾਅਦ 'ਚੋਂ ਉਹਨੇ ਫਿਰ ਸੱਚ ਬੋਲ ਦਿੱਤਾ। ਉਹਦੀ ਪ੍ਰੇਮ ਨੇ ਇੰਨੀ ਕੁ ਉਹਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ, ਸ਼ੈਤਾਨ ਇੰਨਾ ਕੁ ਉਹਦੇ ਉੱਤੇ ਹਾਵੀ ਹੋ ਚੁੱਕਿਆ ਸੀ, ਉਹਨੂੰ ਇਹ ਇੰਨਾ ਕੁ ਲੱਗਣ ਲੱਗ ਗਿਆ ਕਿ ਇਹ ਤਾਂ ਸਭ ਕੁਛ ਮੈਂ ਆਪਣੀ ਮਰਜ਼ੀ ਦੇ ਨਾਲ ਕਰਦਾ। ਲੇਕਿਨ ਉਹਨੇ ਕਿਹਾ ਕਿ ਮੇਰੇ ਸਿਰ ਦੇ ਉੱਤੇ ਕਦੇ ਉਸਰਾ ਨਹੀਂ ਲੱਗਿਆ, ਜਿਹਦੇ ਉਸਰਾ ਲੱਗ ਗਿਆ ਉਸ ਦਿਨ ਮੈਂ ਮਰ ਜਾਵਾਂਗਾ, ਉਸ ਦਿਨ ਮੇਰੀ ਪਾਵਰ ਮੇਰੇ ਤੋਂ ਲੈ ਲਈ ਜਾਏਗੀ। ਉਸੇ ਟਾਈਮ ਉਹ ਫਲਿਸਤਰੀ ਔਰਤ ਨੇ ਆਪਣੀ ਗੋਦੀ ਦੇ ਵਿੱਚ ਪਾ ਕੇ ਉਹਦੇ ਸਿਰ ਦੇ ਉੱਤੇ ਉਸਤਰਾ ਲਗਾ ਦਿੱਤਾ ਤੇ ਰਾਜੇ ਨੂੰ ਮੈਸੇਜ ਭੇਜ ਦਿੱਤਾ ਕਿ ਆਜੋ ਰਾਜਾ, ਕਰ ਲਿਆ ਕਾਬੂ ਸੈਮਸੰਗ ਨਬੀ, ਜਿਹੜਾ ਹਜ਼ਾਰਾਂ ਲੋਕਾਂ ਨੂੰ ਮਾਰਨ ਦੀ ਸ਼ਕਤੀ ਰੱਖਦਾ ਸੀ। ਮੇਰੇ ਅਜ਼ੀਜ਼ੋ, ਮੈਂ ਤੁਹਾਨੂੰ ਇਸ ਕਹਾਣੀ ਦੇ ਵਿੱਚੋਂ ਇਹ ਬਿਆਨ ਕਰਨਾ ਚਾਹੁੰਦਾ ਕਿ ਪਰਮੇਸ਼ਵਰ ਉਹਦਾ ਨਾਸ਼ ਕਰ ਦਿੰਦਾ ਜਿਹੜਾ ਆਪਣੀ ਹੈਕਲ ਦਾ ਨਾਸ਼ ਕਰਦਾ। ਹਾਲੇਲੂਇਆ। ਸੈਮਸੰਗ ਨਬੀ ਉਦੋਂ ਤੱਕ ਬਲਵਾਨ ਸੀ ਜਦੋਂ ਤੱਕ ਉਹ ਪਰਮੇਸ਼ਵਰ ਦੇ ਨਾਲ ਆਪਣੀ ਹੈਕਲ ਨੂੰ ਪਵਿੱਤਰ ਕਰਕੇ ਰੱਖਦਾ ਸੀ।
ਔਰ ਜਦੋਂ ਉਹਨੇ ਆਪਣੇ ਪਵਿੱਤਰ ਨੂੰ ਦੇਹੀ ਨੂੰ ਦਾਗ ਲਗਾਇਆ, ਜਦੋਂ ਉਹਨੇ ਆਪਣੀ ਦੇਹੀ ਦੇ ਦੁਆਰਾ ਵਿਭਚਾਰ ਕੀਤਾ, ਉਸੇ ਟਾਈਮ ਉਹਨੂੰ ਰਾਜੇ ਨੇ ਫੜ ਲਿਆ ਅਤੇ ਉਹਦੀਆਂ ਦੋਨੋਂ ਅੱਖਾਂ ਕੱਢ ਲਈਆਂ ਗਈਆਂ, ਦੋਨੋਂ ਅੱਖਾਂ ਕੱਢ ਲਈਆਂ ਗਈਆਂ। ਮੇਰੇ ਅਜ਼ੀਜ਼ੋ, ਉਦੋਂ ਪਰਮੇਸ਼ਰ ਨੂੰ ਜੇਕਰ ਨਫ਼ਰਤ ਆਉਂਦੀ ਹੈ, ਉਹ ਤੁਹਾਡੇ ਵਿਭਚਾਰ ਤੋਂ ਆਉਂਦੀ ਹੈ। ਜੇ ਪਰਮੇਸ਼ਰ ਨੂੰ ਨਫ਼ਰਤ ਆਉਂਦੀ ਹੈ ਤਾਂ ਤੁਹਾਡੇ ਪਾਪ ਤੋਂ ਨਫ਼ਰਤ ਆਉਂਦੀ ਹੈ। ਉਹ ਹੋਰ ਕਿਸੇ ਨੂੰ ਪਾਪ ਨਹੀਂ ਕਰਦਾ, ਹੋਰ ਕਿਸੇ ਨੂੰ ਪਸੰਦ ਨਹੀਂ ਕਰਦਾ। ਸਿਰਫ ਇੱਕ ਚੀਜ਼ ਉਹਨੂੰ ਪਸੰਦ ਨਹੀਂ ਆਉਂਦੀ, ਉਹ ਆ ਸਾਡੇ ਸਰੀਰ ਦੇ ਦੁਆਰਾ ਕੀਤਾ ਗਿਆ ਪਾਪ। ਹਾਲੇਲੂਇਆ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਜੇਕਰ ਗਲਤ ਕੰਮ ਕਰਦੇ ਦੇਖ ਲਈ ਤਾਂ ਅਸੀਂ ਉਹਨਾਂ ਨੂੰ ਮਾਰਦੇ ਹਾਂ, ਕੁੱਟਦੇ ਹਾਂ, ਉਹਨਾਂ ਨੂੰ ਸਜ਼ਾ ਦਿੰਦੇ ਹਾਂ ਵੀ ਅੱਗੇ ਤੋਂ ਮੈਨੂੰ ਇਹ ਕੰਮ ਕਰਦਾ ਫਸ ਨਾ ਜਾਈ, ਤੈਨੂੰ ਐਂ ਕਰ ਦਾਂਗਾ, ਤੈਨੂੰ ਐਂ ਕਰਦਾ। ਸੇਮ ਉਸੇ ਵੇ ਦੇ ਨਾਲ ਪਰਮੇਸ਼ਰ ਸਾਡਾ ਬਾਪ ਹੈ, ਉਹ ਆਪਣੇ ਬੱਚਿਆਂ ਨੂੰ ਦੇਖ ਨਹੀਂ ਸਕਦਾ ਕਿ ਅਸੀਂ ਗਲਤ ਟਰੈਕਸ਼ਨ 'ਤੇ ਜਾਈਏ ਔਰ ਗਲਤ ਲਾਈਨ ਦੇ ਵਿੱਚ ਜਾਈਏ। ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਜੇ ਪਰਮੇਸ਼ਰ ਨੇ ਆਪਣੇ ਐਡੇ ਵੱਡੇ ਸੈਮਸੰਗ ਨਬੀ ਨੂੰ ਜਿਹੜਾ ਬਲਵਾਨ ਬਣਾ ਕੇ ਭੇਜਿਆ ਸੀ, ਜੇਕਰ ਉਹਨੂੰ ਦੇਹੀ ਨੂੰ ਦਾਗ ਲਾਉਣ 'ਤੇ ਸਜ਼ਾ ਦੇ ਸਕਦਾ ਤਾਂ ਫਿਰ ਤੁਸੀਂ ਅਤੇ ਮੈਂ ਕੌਣ ਹਾਂ? ਤਾਂ ਪਰਮੇਸ਼ਰ ਦੇ ਲਈ ਸਭੋ ਇੱਕੋ ਲਾਈਨ ਦੇ ਵਿੱਚ ਗਿਣੇ ਜਾਂਦੇ ਆ, ਭਾਵੇਂ ਤੁਸੀਂ ਹੋ ਭਾਵੇਂ ਮੈਂ ਆ। ਪਰ ਹਾਂ, ਮੈਂ ਇੱਕ ਗੱਲ ਇੱਥੇ ਬਹੁਤ ਸਪਸ਼ਟਤਾ ਨਾਲ ਕਹਿ ਦੇਣਾ ਚਾਹੁੰਦਾ ਹਾਂ, ਜਿੰਨੇ ਵੀ ਪ੍ਰੀਸਟਰ ਪਾਸਟਰ ਇਹ ਪ੍ਰਚਾਰ ਨੂੰ ਸੁਣਨ, ਉਹ ਬੜੇ ਧਿਆਨ ਦੇ ਨਾਲ ਸੁਣਨ, ਕਿਉਂਕਿ ਜਿੱਥੇ ਸਾਰਿਆਂ ਦਾ ਲੇਖਾ ਹੋਣਾ ਹੈ, ਉੱਥੇ ਸਭ ਤੋਂ ਪਹਿਲਾਂ ਪਾਸਟਰਾਂ ਦਾ ਲੇਖਾ ਹੋਣਾ ਹੈ। ਹਾਲੇਲੂਇਆ। ਜਿੱਥੇ ਸਾਰਿਆਂ ਦਾ ਲੇਖਾ ਲਿਆ ਜਾਣਾ, ਤਾਂ ਸਭ ਤੋਂ ਪਹਿਲਾਂ ਪਾਸਟਰਾਂ ਦਾ ਵੀ ਲੇਖਾ ਲਿਆ ਜਾਣਾ। ਔਰ ਮੈਂ ਕਹਿੰਦਾ ਕਿ ਸਭ ਪਵਿੱਤਰਤਾਈ ਦੇ ਨਾਲ ਉਹਦੀ ਜੰਗ ਦੇ ਵਿੱਚ ਖੜ ਜਾਓ ਆ ਕੇ। ਉਹਨੂੰ ਦੋਗਲੇ ਬੰਦੇ ਪਸੰਦ ਨਹੀਂ ਹੈ, ਉਹਨੂੰ ਇੱਕ ਨੰਬਰ ਦੇ ਬੰਦੇ ਪਸੰਦ ਨੇ, ਜਿਹੜੇ ਸੱਚਾਈ ਨੂੰ ਬਿਆਨ ਕਰਦੇ ਹੋਣ ਅਤੇ ਸੱਚਾਈ 'ਤੇ ਚੱਲਣਾ ਪਸੰਦ ਕਰਦੇ ਹੋਣ। ਹਾਲੇਲੂਇਆ। ਸੋ ਜਿਹੜੇ ਵੀ ਮੇਰੇ ਇਹ ਪ੍ਰਚਾਰ ਨੂੰ ਸੁਣ ਰਹੇ ਨੇ, ਮੈਂ ਪ੍ਰੀਸਟਰਾਂ ਦੀ ਗੱਲ ਕਰਦਾ, ਸਭ ਤੋਂ ਪਹਿਲਾਂ ਉੱਥੇ ਪ੍ਰੀਸਟਰ ਹੀ ਲਾਈਨ 'ਤੇ ਲੱਗੇ ਹੋਣਗੇ। ਵਚਨ ਕਹਿੰਦਾ ਫਿਰ ਤੁਸੀਂ ਮੈਨੂੰ ਕਹੋਗੇ ਕਿ ਮੈਂ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ, ਕਿ ਤੇਰਾ ਨਾਮ ਲੈ ਕੇ ਮੈਂ ਅਗੰਮ ਬਾਣੀਆਂ ਨਹੀਂ ਕੀਤੀਆਂ, ਤੇਰਾ ਨਾਮ ਲੈ ਕੇ ਮੈਂ ਲੋਕ ਨਹੀਂ ਠੀਕ ਕੀਤੇ। ਫਿਰ ਪਰਮੇਸ਼ਰ ਜੀ ਬੋਲੇ, ਕਹਿੰਦਾ ਮੈਂ ਸਾਫ਼ ਕਹਾਂਗਾ ਕਿ ਹੇ ਬੁਰੇ ਲੋਕੋ, ਮੇਰੇ ਤੋਂ ਦੂਰ ਹੋ ਜਾਓ, ਮੈਂ ਤੁਹਾਨੂੰ ਜਾਣਦਾ ਨਹੀਂ। ਮੇਰੇ ਪਿਆਰਿਓ, ਜੇ ਅਸੀਂ ਦੁਨੀਆ ਨੂੰ ਬਚਾ ਲਈਏ ਅਤੇ ਆਪਣੀ ਜਾਨ ਦਾ ਨੁਕਸਾਨ ਕਰਾ ਲਈਏ ਤਾਂ ਅਸੀਂ ਨੇ ਕੁਛ ਨਹੀਂ ਕਮਾਇਆ, ਅਸੀਂ ਕੁਛ ਨਹੀਂ ਕਮਾਇਆ। ਜੇ ਆਪਣੀ ਜਾਨ ਦਾ ਹੀ ਨੁਕਸਾਨ ਕਰਾ ਲਿਆ, ਅਸੀਂ ਲੋਕਾਂ ਨੂੰ ਕਮਾਉਣ ਦਾ ਕੀ ਫਾਇਦਾ? ਸੋ ਜਿੰਨੇ ਵੀ ਪ੍ਰੀਸਟਰ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਉਹਦੇ ਹੁਕਮਾਂ ਦੇ ਅਧੀਨ ਰਹਿ ਕੇ ਉਹਦੀ ਚਾਲ ਦੇ ਵਿੱਚ ਖਰੇ ਉਤਰ ਜਾਓ, ਕਿਉਂਕਿ ਹੁਣ ਸਮਾਂ ਨਜ਼ਦੀਕ ਆ ਰਿਹਾ। ਹਾਲੇਲੂਇਆ। ਹਾਂਜੀ ਬੇਟਾ, ਅੱਗੇ ਵਚਨ ਪੜ੍ਹ ਦਿਓ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿ ਮੈਂ ਸਿਆਣਾ ਹਾਂ, ਕਿ ਮੈਨੂੰ ਵਾਧਾ ਆਉਂਦਾ ਹੈ, ਮੈਂ ਪਰਾਈ ਭਾਖੇ ਦੇ ਵਿੱਚ ਪ੍ਰਾਰਥਨਾ ਕਰਦਾ ਹਾਂ, ਮੈਂ ਤਾਂ ਇੰਨੇ ਘੰਟੇ ਪ੍ਰਾਰਥਨਾ ਕਰਦਾ ਹਾਂ, ਮੇਰੀ ਪ੍ਰਾਰਥਨਾ ਬਹੁਤ ਹੈ, ਮੈਂ ਦਸਵਾਂਸ ਬੜੇ ਤਰੀਕੇ ਦੇ ਨਾਲ ਦਿੰਦਾ। ਇਹ ਭੁਲੇਖੇ ਦੇ ਵਿੱਚ ਨਾ ਰਹੇ ਕੋਈ ਕਿ ਮੇਰੇ ਉੱਤੇ ਸਟੰਪ ਲੱਗ ਗਈ ਕਿ ਮੈਂ ਪਾਸਟਰ। ਨੋ, ਮੇਰੀ ਇੱਕ ਗੱਲ ਨੂੰ ਯਾਦ ਰੱਖੋ, ਮੈਂ ਬਹੁਤ ਵਾਰੀ ਦੱਸਦਾ, ਜਿਹੜੇ ਸਕੂਲ ਦਾ ਰਿਜ਼ਲਟ ਮਾੜਾ ਆ ਜੇ ਤਾਂ ਫਿਰ ਉਹ ਮਾਸਟਰ ਨੂੰ ਸਸਪੈਂਡ ਕੀਤਾ ਜਾਂਦਾ ਵੀ ਕਾਕਾ ਤੇਰੀ ਕਲਾਸ ਦਾ ਰਿਜ਼ਲਟ ਮਾੜਾ ਆਇਆ। ਇਸ ਕਰਕੇ ਜੇਕਰ ਸਾਡਾ ਹੀ ਰਿਜ਼ਲਟ ਮਾੜਾ ਆ ਗਿਆ, ਜੇ ਅਸੀਂ ਖੁਦ ਹੀ ਨਹੀਂ ਕੁਛ ਜਾਣਦੇ ਹੋਵਾਂਗੇ, ਤਾਂ ਫਿਰ ਜਿਹੜੀ ਸਾਡੇ ਦੁਆਰਾ ਲੋਕ ਨਿਯੁਕਤ ਕੀਤੇ ਗਏ ਨੇ ਪਰਮੇਸ਼ਵਰ ਜੀ ਨੇ, ਉਹ ਕਿੱਦਾਂ ਬਚਣਗੇ? ਹਾਲੇਲੂਇਆ। ਹਾਂਜੀ, ਇਹੀ ਵਚਨ ਦੁਬਾਰਾ ਪੜ੍ਹ ਦਿਓ ਬੇਟਾ, ਇਹੀ ਲੈਣ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ, ਕੋਈ ਆਪਣੇ ਆਪ ਨੂੰ ਚਲਾਕ ਨਾ ਸਮਝੇ, ਕੋਈ ਵੀ ਆਪਣੇ ਆਪ ਨੂੰ ਸ਼ਾਰਪ ਮਾਈਂਡ ਨਾ ਸਮਝੇ। ਪਰਮੇਸ਼ਰ ਦੇ ਸਾਹਮਣੇ ਸਾਡੀ ਚਲਾਕੀ ਨਹੀਂ ਚੱਲਦੀ, ਪਰਮੇਸ਼ਰ ਦੇ ਸਾਹਮਣੇ ਸਾਡਾ ਸ਼ਾਰਪ ਮਾਈਂਡ ਨਹੀਂ ਚੱਲਦਾ, ਪਰਮੇਸ਼ਰ ਦੇ ਸਾਹਮਣੇ ਸਾਡੀ ਵਕਾਲਤ ਨਹੀਂ ਚੱਲਦੀ। ਉਹ ਜੱਜਾਂ ਦਾ ਜੱਜ ਆ, ਉਹ ਵਕੀਲਾਂ ਦਾ ਵਕੀਲ ਆ, ਉਹ ਪਰਮੇਸ਼ਰ ਦਾ ਪਰਮੇਸ਼ਰ ਮਹਾਨ ਹੈ ਜਿਹਨੇ ਸੰਸਾਰ ਤੇ ਧਰਤੀ ਨੂੰ ਬਣਾਇਆ। ਉਹ ਪਰਮੇਸ਼ਰ ਹੈ ਜਿਹੜਾ ਸਾਡੇ ਦਿਲ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਹੈ। ਹਾਲੇਲੂਇਆ। ਇਸ ਕਰਕੇ ਅਸੀਂ ਖਰੀ ਚਾਲ ਦੇ ਵਿੱਚ ਚੱਲਣਾ ਪਸੰਦ ਕਰੀਏ। ਹਾਂਜੀ ਬੇਟਾ, ਅੱਗੇ ਪੜ੍ਹੋ। ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਯੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਭਾਈ ਗਿਆਨ ਹੋ ਜਾਵੇ। ਇਹ ਵਚਨ ਤੋਂ ਕੀ ਬਣਿਆ? ਕਹਿੰਦਾ ਜੇਕਰ ਕੋਈ ਤੁਹਾਡੇ ਵਿੱਚੋਂ ਇਸ ਯੁੱਗ ਦੇ ਵਿੱਚ, ਅੱਜ ਦੇ ਯੁੱਗ ਦੀ ਗੱਲ ਕਰ ਰਿਹਾ ਪਰਮੇਸ਼ਰ, ਜੇ ਕੋਈ ਤੁਹਾਡੇ ਵਿੱਚੋਂ ਅੱਜ ਦੇ ਯੁੱਗ ਦੇ ਵਿੱਚ ਗਿਆਨੀ ਬਣਨਾ ਚਾਹੁੰਦਾ ਹੋਵੇ ਜਾਂ ਸ਼ਾਰਪ ਮਾਈਂਡ ਜਾਂ ਚਲਾਕ ਹੋਵੇ ਤਾਂ ਉਹ ਮੂਰਖ ਬਣੇ। ਮੂਰਖ ਦਾ ਮਤਲਬ ਇਹ ਨਹੀਂ ਕਿ ਉਹ ਬੌਲਿਆਂ ਦੀ ਤਰ੍ਹਾਂ ਕੰਮ ਕਰਨੇ ਸ਼ੁਰੂ ਕਰ ਦੇ। ਨੋ,
ਮੂਰਖ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਨਮ ਕਰ ਲਓ, ਆਪਣੇ ਆਪ ਨੂੰ ਨੀਵਾਂ ਕਰ ਲਓ, ਆਪਣੇ ਆਪ ਨੂੰ ਜ਼ਿਆਦਾ ਚਲਾਕੀ ਨਾ ਮਾਰੋ ਪਰਮੇਸ਼ਰ ਦੇ ਸਾਹਮਣੇ। ਪਰਮੇਸ਼ਰ ਦੇ ਸਾਹਮਣੇ ਕੋਈ ਚਲਾਕੀ ਸਾਡੀ ਕਦੇ ਵੀ ਕੰਮ ਨਹੀਂ ਕਰਦੀ। ਪਰਮੇਸ਼ਰ ਦੇ ਸਾਹਮਣੇ ਅਧੀਨਗੀ, ਨਰਮਾਈ ਅਤੇ ਸੰਜਮ ਦੇ ਨਾਲ ਜਦੋਂ ਅਸੀਂ ਪੇਸ਼ ਹੋਵਾਂਗੇ ਤਾਂ ਉਹ ਸਾਡੇ ਉੱਤੇ ਦਇਆ ਕਰਕੇ ਉਹ ਕਹੇਗਾ, ਮੇਰੇ ਬੇਟੇ ਅਤੇ ਮੇਰੀ ਬੇਟੀ ਹੁਣ ਨਾ ਡਰ, ਮੈਂ ਤੇਰੀ ਰਾਖੀ ਆਪਣੇ ਫਤਿਹਬੰਦ ਸੱਜੇ ਹੱਥ ਨਾਲ ਕਰਾਂਗਾ, ਮੈਂ ਤੈਨੂੰ ਸੰਭਾਲਾਂਗਾ, ਤੂੰ ਨਾ ਡਰ। ਹਾਲੇਲੂਇਆ। ਸੋ ਮੇਰੇ ਪਿਆਰਿਓ, ਪਰਮੇਸ਼ਰ ਸਾਨੂੰ ਉਦੋਂ ਸੰਭਾਲਦਾ ਹੈ ਜਦੋਂ ਅਸੀਂ ਉਹਦੀ ਅਧੀਨਗੀ ਦੇ ਵਿੱਚ ਰਹਿੰਦੇ ਹਾਂ ਅਤੇ ਨੀਵੇਂ ਹੋ ਕੇ ਚੱਲਦੇ ਹਾਂ। ਅਸੀਂ ਕਦੇ ਵੀ ਆਪਣੇ ਆਪ ਨੂੰ ਫੂੰ ਫਾਨ ਨਹੀਂ ਕਰਦੇ। ਅੱਜ ਮੈਂ ਦੇਖਦਾ ਹਾਂ, ਅੱਜ ਮੈਂ ਦੇਖ ਰਿਹਾ, ਇਸੇ ਕਰਕੇ ਅੱਜ ਮੈਂ ਪ੍ਰੇਅਰ ਦੇ ਵਿੱਚ ਬੈਠਾ ਸੀ, ਖੁਦਾਵੰਦ ਤੂੰ ਮੈਨੂੰ ਉਹ ਵਚਨ ਦੇ ਜਿਹਦੇ ਨਾਲ ਦੁਨੀਆ ਤੇਰੀ ਬਚਾਈ ਜਾਵੇ, ਉਹ ਵਚਨ ਦੇ ਜਿਹਦੇ ਨਾਲ ਦੁਨੀਆ ਨੂੰ ਤੇਰੇ ਨਾਲ ਜੋੜਿਆ ਜਾਵੇ ਖੁਦਾਵੰਦ ਯਿਸੂ ਮਸੀਹ। ਸੋ ਅੱਜ ਮੈਨੂੰ ਵਚਨ ਦੇ ਵਿੱਚ ਪਤਾ ਲੱਗਿਆ ਕਿ ਅੱਜ ਪ੍ਰੀਸ਼ਟਰਾਂ ਦੇ ਲਈ ਕੁਝ ਬੋਲਿਆ ਜਾਵੇ। ਹਾਲੇਲੂਇਆ। ਸੋ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ, ਤੁਸੀਂ ਬੜੇ ਸਾਮਰਥੀ ਪਾਸਟਰ ਹੋ, ਜਿੰਨੇ ਵੀ ਮੈਨੂੰ ਲਾਈਵ ਸੁਣ ਰਹੇ ਹੋ, ਤੁਸੀਂ ਸਾਮਰਥੀ ਪਾਸਟਰ ਹੋ। ਤੁਹਾਨੂੰ ਪਰਮੇਸ਼ਵਰ ਜੀ ਨੇ ਆਪਣਾ ਲਹੂ ਦੇ ਕੇ, ਸ਼ੈਤਾਨ ਤੋਂ ਮੁੱਲ ਲੈ ਕੇ ਤੁਹਾਡੇ ਉੱਤੇ ਆਪਣੀਆਂ ਯੋਜਨਾਵਾਂ ਪ੍ਰਗਟ ਕੀਤੀਆਂ ਨੇ। ਉਹਨੇ ਤੁਹਾਡੇ ਉੱਤੇ ਆਪਣੇ ਹੁਕਮਾਂ ਨੂੰ ਠਹਿਰਾਇਆ। ਉਹਨੇ ਤੁਹਾਨੂੰ ਵੱਡੇ ਕੰਮਾਂ ਦੇ ਲਈ ਨਿਸ਼ਚਿਤ ਕੀਤਾ ਗਿਆ। ਉਹ ਤਾਂ ਜਦੋਂ ਤੱਕ ਅਸੀਂ ਪਵਿੱਤਰ ਰਹਾਂਗੇ ਤਾਂ। ਹਾਲੇਲੂਇਆ। ਜਦੋਂ ਜਿੰਨਾ ਚਿਰ ਅਸੀਂ ਪਵਿੱਤਰਤਾਈ ਦੇ ਵਿੱਚ ਨਹੀਂ ਚੱਲਾਂਗੇ, ਉਹਨਾਂ ਚਿਰ ਅਸੀਂ ਮੂਸਾ ਦੀ ਤਰ੍ਹਾਂ 40 ਸਾਲ ਭੇਡਾਂ ਬੱਕਰੀਆਂ ਚਾਰਦੇ ਰਹਾਂਗੇ ਜੰਗਲਾਂ ਦੇ ਵਿੱਚ। ਉਹ ਮੂਸਾ ਇੱਕ ਰਾਜੇ ਦਾ ਪੁੱਤਰ ਸੀ, ਉਹ ਹੁਕਮ ਚਲਾਉਂਦਾ ਸੀ, ਉਹਦੇ ਹੁਕਮ ਪੂਰੇ ਹੁੰਦੇ ਸੀ, ਉਹ ਜਿੱਦਾਂ ਮਰਜ਼ੀ ਜ਼ਿੰਦਗੀ ਨੂੰ ਜੀ ਸਕਦਾ ਸੀ, ਲੇਕਿਨ ਉਹ ਪਰਮੇਸ਼ਰ ਦੇ ਦੁਆਰਾ ਕੁਝ ਕਰਨਾ ਚਾਹੁੰਦਾ ਸੀ। ਪਰਮੇਸ਼ਰ ਨੇ ਸਭ ਤੋਂ ਪਹਿਲਾਂ ਤਾਂ ਉਹਦੇ ਹੰਕਾਰ ਨੂੰ ਢਾਲਿਆ, ਉਹਦੀ ਅਮੀਰੀ ਨੂੰ ਉਹ ਤੋਂ ਖੋਇਆ, ਉਹਦੇ ਘਮੰਡ ਨੂੰ ਉਹ ਤੋਂ ਤੋੜਿਆ, ਉਸ ਧਨ ਤੋਂ ਉਹਨੂੰ ਅਲੱਗ ਕੀਤਾ ਜਿਹੜਾ ਧਨ ਉਹਨੂੰ ਰੱਬ ਤੋਂ ਦੂਰ ਕਰਦਾ ਸੀ, ਉਸ ਦੌਲਤ ਸ਼ੌਹਰਤ ਤੋਂ ਉਹਨੂੰ ਦੂਰ ਕੀਤਾ ਜਿਹੜੀ ਉਹਨੂੰ ਰੱਬ ਤੋਂ ਦੂਰ ਕਰਦੀ ਸੀ। ਉਹ ਸਭ ਕੁਛ ਉਹ ਤੋਂ ਦੂਰ ਕੀਤਾ ਗਿਆ ਜਿਹੜਾ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉਹਦੇ ਲਈ ਚੰਗਾ ਨਹੀਂ ਸੀ। ਹਾਲੇਲੂਇਆ। ਤਾਂ 40 ਸਾਲ ਮੂਸਾ ਨੇ ਭੇਡਾਂ ਤੇ ਬੱਕਰੀਆਂ ਚਲਾਈਆਂ ਨੇ ਨੀਨਵਾ ਸ਼ਹਿਰ ਦੇ ਵਿੱਚ। ਉਸ ਤੋਂ ਬਾਅਦ ਪਰਮੇਸ਼ਵਰ ਜੀ ਨੇ ਉਹਦੇ ਨਾਲ ਗੱਲ ਕੀਤੀ ਹੈ। ਫਿਰ ਪਰਮੇਸ਼ਵਰ ਨੂੰ ਉਹਦਾ ਸਰੀਰ ਸੀ ਜਿਹੜਾ ਪਸੰਦ ਆਇਆ ਸੀ। ਕਿਉਂ? ਜਦੋਂ ਮੂਸਾ 40 ਦਿਨ ਆਹਾਬ ਦੀ ਪਹਾੜੀ 'ਤੇ ਵਰਤ ਰੱਖ ਕੇ ਬੈਠਦਾ ਸੀ, ਉਦੋਂ ਪਤਾ ਲੱਗਦਾ ਸੀ, ਜਦੋਂ ਇਸਰਾਏਲੀ ਲੋਕ ਕਹਿੰਦੇ ਸੀ, ਮੂਸਾ ਤੇਰਾ ਚਿਹਰਾ ਢੱਕ ਲੈ, ਤੇਰੇ ਨੂਰ ਨੂੰ ਅਸੀਂ ਦੇਖ ਨਹੀਂ ਸਕਦੇ। ਹਾਲੇਲੂਇਆ। ਸੋ ਮੇਰੇ ਪਿਆਰਿਓ, ਉਹ ਵੀ ਨੂਰ ਸੀ ਜਿਹੜਾ 40 ਦਿਨਾਂ ਦੇ ਵਰਤਾਂ ਦੇ ਵਿੱਚ ਮੂਸਾ ਦੇ ਨਾਲ ਉਤਰਦਾ ਸੀ। ਉਹ ਵੀ ਅੱਗ ਸੀ ਜਿਹੜੀ ਪਵਿੱਤਰ ਆਤਮਾ ਮੂਸਾ ਦੇ ਨਾਲ ਪਹਾੜੀ ਦੇ ਉੱਤੇ ਉਤਰਦੀ ਸੀ। ਔਰ ਉਹ ਵੀ ਟਾਈਮ ਸੀ ਜਦੋਂ ਮੂਸਾ ਭੇਡਾਂ ਤੇ ਬੱਕਰੀਆਂ ਚਾਰਦਾ ਹੁੰਦਾ ਸੀ। ਹੈ ਉਹੀ ਮੂਸਾ ਸੀ, ਲੇਕਿਨ ਉਹ ਕੰਮ ਬਦਲਣ ਦੇ ਨਾਲ ਸਭ ਕੁਝ ਬਦਲ ਦਿੱਤਾ ਪਰਮੇਸ਼ਰ ਨੇ। ਮੈਂ ਇਹੀ ਬਿਆਨ ਕਰਨਾ ਚਾਹੁੰਦਾ ਹਾਂ ਮੇਰੇ ਸੇਵਕਾਂ ਨੂੰ, ਮੇਰੇ ਸੰਤਾਂ ਨੂੰ, ਕਿ ਸਾਡੇ ਉੱਤੇ ਪਰਮੇਸ਼ਰ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਪਾਈਆਂ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਆਪਣੇ ਲੋਕਾਂ ਨੂੰ ਬਚਾ ਕੇ ਉਸ ਸੱਚ ਦੇ ਨਾਲ ਜੋੜ ਸਕੀਏ। ਪਰਮੇਸ਼ਰ ਕਹਿੰਦਾ ਸੱਚਾਈ ਨੂੰ ਜਾਣੋ, ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮੇਰੇ ਅਜ਼ੀਜ਼ੋ, ਮੇਰੇ ਪਿਆਰਿਓ, ਜੇਕਰ ਸੱਚਾਈ ਲੋਕਾਂ ਨੂੰ ਆਜ਼ਾਦ ਕਰਦੀ ਹੈ ਤਾਂ ਪਾਸਟਰਾਂ ਨੂੰ ਵੀ ਆਜ਼ਾਦ ਹੋ ਜਾਣਾ ਚਾਹੀਦਾ। ਅੱਜ ਮੈਂ ਦੋਸ਼ ਨਹੀਂ ਲਗਾ ਰਿਹਾ, ਨੋ, ਬਿਲਕੁਲ ਨਹੀਂ, ਮੈਂ ਦੋਸ਼ ਨਹੀਂ ਲਗਾ ਰਿਹਾ। ਮੈਂ ਅਪੀਲ ਕਰ ਰਿਹਾ, ਮੈਂ ਬੇਨਤੀ ਕਰ ਰਿਹਾ ਮੇਰੇ ਖਾਦਮਾਂ ਦੇ ਅੱਗੇ, ਮੇਰੇ ਦਾਸਾਂ ਦੇ ਅੱਗੇ, ਕਿ ਆਪਣੀ ਚਾਲ ਨੂੰ ਸੁਧਾਰੀ ਆਪਾਂ ਸਾਰੇ ਜਣੇ। ਹਾਲੇਲੂਇਆ। ਉਹ ਜਦੋਂ ਪੁਰਾਣੇ ਸਮੇਂ ਦੇ ਵਿੱਚ ਮੇਰੇ ਅੱਜ ਵੀ ਯਾਦ ਹੈ, ਜਦੋਂ ਪੱਠੇ ਕੁਤਰਦੇ ਹੁੰਦੇ ਸੀ ਤਾਂ ਇੱਕ ਦਿਨ ਡੈਡੀ ਮਸ਼ੀਨ ਨੂੰ ਗੇੜ ਰਹੇ ਸੀ ਅਤੇ ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਚੱਕ ਕੇ ਪੱਠੇ ਮਸ਼ੀਨ ਦੇ ਵਿੱਚ ਲਗਾ ਰਿਹਾ ਸੀ। ਉਹ ਬਿਲਕੁਲ ਹੀ ਪੱਠਿਆਂ ਦਾ ਨਾਸ਼ ਕਰ ਰਹੀ ਸੀ ਅਤੇ ਮੈਂ ਕਿਹਾ ਡੈਡੀ ਇਹ ਚੰਗੀ ਤਰ੍ਹਾਂ ਪੱਠੇ ਸਾਫ਼ ਤਾਂ ਕੁਤਰੇ ਨਹੀਂ ਜਾ ਰਹੇ। ਮੇਰਾ ਡੈਡੀ ਕਹਿੰਦਾ ਇਹਦੀ ਚਾਲ ਖਰਾਬ ਹੋ ਗਈ, ਇਹਦੀ ਚਾਲ ਬਦਲਣੀ ਪੈਣੀ ਹੈ। ਹਾਲੇਲੂਇਆ। ਸੋ ਮੇਰੇ ਅਜ਼ੀਜ਼ੋ, ਜਿੰਨਾ ਚਿਰ ਸਾਡੀ ਚਾਲ ਸਿੱਧੀ ਨਹੀਂ ਹੁੰਦੀ ਉਹਨਾਂ ਚਿਰ ਪੱਠੇ ਸਫਾਈ ਦੇ ਨਾਲ ਕੁਤਰੇ ਨਹੀਂ ਜਾਣਗੇ। ਆਓ ਆਪਾਂ ਸਾਰੇ ਜਣੇ ਆਪਣੀ ਚਾਲ ਨੂੰ ਸਿੱਧਾ ਕਰੀਏ ਅਤੇ ਅਸੀਂ ਆਪਣੇ ਲੋਕਾਂ ਨੂੰ ਰਲ ਮਿਲ ਕੇ ਬਚਾਈਏ ਅਤੇ ਆਪਣੇ ਸੰਸਾਰ ਦੇ ਲਈ ਪ੍ਰਾਰਥਨਾ ਕਰੀਏ। ਹਾਲੇਲੂਇਆ। ਮੇਰੇ ਪਿਆਰਿਓ, ਜੇਕਰ ਸੰਤ ਨੂਹ ਨਬੀ ਨੇ ਪ੍ਰਾਰਥਨਾ ਕੀਤੀ ਸੀ, ਜੋ ਰੱਬ ਦੇ ਨਾਲ ਚੱਲਦਾ ਸੀ, ਤਾਂ ਉਹਨੇ ਜ਼ਿੰਦਗੀ ਦੇ ਵਿੱਚ, ਤਾਂ ਉਹਨੇ ਸੰਸਾਰ ਦੇ ਵਿੱਚ ਇੱਕ ਇੱਦਾਂ ਦੀ ਬੋਰਡ ਤਿਆਰ ਕਰ ਲਈ ਸੀ ਜਿਹਦੇ ਵਿੱਚ ਇੱਕ ਜੋੜਾ ਜਾਨਵਰਾਂ ਦਾ ਰਿਹਾ ਸੀ।
ਔਰ ਉਹਨੇ ਦੁਬਾਰਾ ਤੋਂ ਆਪਣੇ ਆਪ ਨੂੰ ਉਸ ਵਚਨ ਦੇ ਅਕੋਰਡਿੰਗ ਚੱਲ ਕੇ ਉਸ ਪਰਮ ਪ੍ਰਧਾਨ ਪਰਮੇਸ਼ਰ ਦੇ ਨਾਲ ਖੜਾ ਹੋ ਕੇ ਉਹਨੇ ਪੂਰੇ ਸੰਸਾਰ ਨੂੰ ਫਿਰ ਇੱਕ ਜੋੜੇ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਵਾ ਲਿਆ ਸੀ। ਮੈਂ ਇਹੀ ਦੱਸਣਾ ਚਾਹੁੰਦਾ ਹਾਂ, ਜੇ ਅੱਜ ਅਸੀਂ ਵੀ ਉਸ ਪਵਿੱਤਰਤਾਈ ਦੇ ਵਿੱਚ ਖੜ ਜਾਈਏ ਜਿਹੜੀ ਪਰਮੇਸ਼ਰ ਸਾਡੇ ਤੋਂ ਪਸੰਦ ਕਰਦਾ ਹੈ, ਤਾਂ ਅਸੀਂ ਆਪਣੇ ਸੰਸਾਰ ਨੂੰ ਜਿੱਤ ਸਕਦੇ ਹਾਂ। ਹਾਂ ਬੇਟਾ, ਅੱਗੇ ਵਚਨ ਪੜ੍ਹ ਦਿਓ। ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਭਾਣੇ ਮੂਰਖਪੁਣਾ ਹੈ। ਹਾਂ, ਇਹ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਭਾਣੇ ਕੀ ਆ? ਮੂਰਖਪੁਣਾ ਹੈ। ਜਿਹੜੇ ਇਨਸਾਨ ਨੂੰ ਈਸ਼ਵਰੀ ਗਿਆਨ ਹੋ ਜਾਂਦਾ, ਉਹ ਸੰਸਾਰ ਦੇ ਗਿਆਨ ਨੂੰ ਤੁੱਛ ਜਾਣਨ ਲੱਗ ਜਾਂਦਾ, ਔਰ ਜਿਹੜਾ ਸੰਸਾਰ ਦੇ ਗਿਆਨ ਦੇ ਵਿੱਚ ਰੁੱਝਿਆ ਜਾਂਦਾ ਉਹ ਈਸ਼ਵਰੀ ਗਿਆਨ ਨੂੰ ਪਸੰਦ ਨਹੀਂ ਕਰਦਾ। ਹਾਲੇਲੂਇਆ। ਮੇਰੇ ਅਜ਼ੀਜ਼ੋ, ਇੱਕ ਜਦੋਂ ਪਵਿੱਤਰ ਸ਼ਾਸਤਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਇੱਕ ਜੱਕੀ ਨਾਮ ਦਾ ਵਿਅਕਤੀ ਸੀ, ਔਰ ਜੱਕੀ ਇੱਕ ਹਾਲੇਲੂਇਆ ਜਿਹੜਾ ਜੱਕੀ ਨਾਮ ਦਾ ਵਿਅਕਤੀ ਸੀ ਉਹ ਚੁੰਗੀ ਲੈਣ ਵਾਲਾ ਵਿਅਕਤੀ ਸੀ। ਉਹ ਲੋਕਾਂ ਦਾ ਚੁੰਗੀ ਲੈਂਦਾ ਹੁੰਦਾ ਸੀ। ਹਾਲੇਲੂਇਆ। ਕਿਉਂਕਿ ਉਹ ਸੰਸਾਰਿਕ ਗਿਆਨ ਦੇ ਵਿੱਚ ਫਸਿਆ ਹੋਇਆ ਸੀ, ਚਤੁਰ ਸੀ, ਚਲਾਕ ਸੀ, ਅਤੇ ਪੈਸੇ ਵਸੂਲ ਕਰਦਾ ਹੁੰਦਾ ਸੀ, ਚੁੰਗੀ ਵਸੂਲ ਕਰਦਾ ਹੁੰਦਾ ਸੀ, ਲੇਕਿਨ ਕਰਦਾ ਤਾਂ ਮਾਦਰਾ ਸੀ। ਮੈਂ ਇਹ ਨਹੀਂ ਕਹਿੰਦਾ ਕਿ ਉਹ ਅਣਜਾਣ ਸੀ। ਬਚਨ ਕੀ ਕਹਿੰਦਾ? ਦੁਬਾਰਾ ਪੜ੍ਹ ਦਿਓ ਪੁੱਤਰ ਇਹੀ ਬਚਨ। ਇਸ ਸੰਸਾਰ ਦਾ ਗਿਆਨ, ਇਹ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਮੂਰਖਪੁਣੇ, ਪਰਮੇਸ਼ਵਰ ਦੇ ਭਾਣੇ ਮੂਰਖਪੁਣਾ ਹੈ। ਹਾਂ, ਇਹ ਸੰਸਾਰ ਦਾ ਗਿਆਨ ਹੈ ਜਿਹੜਾ ਪਰਮੇਸ਼ਰ ਦੇ ਭਾਣੇ ਮੂਰਖਪੁਣਾ ਹੈ। ਲੇਕਿਨ ਜੱਕੀ ਇੱਕ ਚੁੰਗੀ ਲੈਣ ਵਾਲਾ ਵਿਅਕਤੀ ਸੀ, ਲੇਕਿਨ ਜਦੋਂ ਜੱਕੀ ਨੂੰ ਪਰਮੇਸ਼ਰ ਜੀ ਨੇ ਚੁਣਿਆ ਤਾਂ ਪਰਮੇਸ਼ਵਰ ਜੀ ਸਤਿਗੁਰੂ ਯਿਸੂ ਮਸੀਹ ਜੀ ਉਹਦੇ ਘਰ ਤੱਕ ਗਏ। ਜਦੋਂ ਉਹਦੇ ਘਰ ਗਏ ਤਾਂ ਉਹਨੇ ਜਿੰਨੀ ਵੀ ਚੁੰਗੀ ਲੈ ਕੇ ਪੈਸੇ ਇਕੱਠੇ ਕੀਤੇ ਸੀ ਸਾਰੀਆਂ ਥੈਲੀਆਂ ਕੱਢੀਆਂ ਅਤੇ ਗਰੀਬ ਲੋਕਾਂ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ, ਖੰਡਾਉਣੇ ਸ਼ੁਰੂ ਕਰ ਦਿੱਤੇ। ਇੱਕ ਪ੍ਰਭੂ ਯਿਸੂ ਮਸੀਹ ਦਾ ਚੇਲਾ ਬੋਲਿਆ, ਕਹਿੰਦਾ ਪ੍ਰਭੂ ਜੀ ਮੈਨੂੰ ਐਂ ਲੱਗਦਾ ਜਿਵੇਂ ਅੱਜ ਜੱਕੀ ਪਾਗਲ ਹੋ ਗਿਆ ਹੁੰਦਾ। ਹਾਲੇਲੂਇਆ। ਤਾਂ ਕਹਿੰਦਾ ਮੈਨੂੰ ਐਂ ਲੱਗਦਾ ਜਿਵੇਂ ਅੱਜ ਜੱਕੀ ਪਾਗਲ ਹੋ ਗਿਆ ਹੁੰਦਾ। ਤਾਂ ਸਤਿਗੁਰੂ ਯਿਸੂ ਮਸੀਹ ਜੀ ਬੋਲੇ ਕਿ ਇਹ ਪਾਗਲ ਨਹੀਂ ਹੋਇਆ, ਅੱਜ ਇਹਦੇ ਘਰ ਦੇ ਵਿੱਚ ਮੁਕਤੀ ਆ ਚੁੱਕੀ ਹੈ। ਹਾਲੇਲੂਇਆ। ਮੇਰੇ ਪਿਆਰਿਓ, ਮੈਂ ਇੱਕ ਗੱਲ ਦੱਸਦਾ ਹਾਂ, ਜਿਹੜੇ ਸਭ ਤੋਂ ਵੱਡੇ ਧਨ ਨੂੰ ਪਿਆਰ ਕਰਦੇ ਨੇ, ਯਿਸੂ ਮਸੀਹ ਨੂੰ, ਉਹ ਦੁਨੀਆ ਦੇ ਧਨ ਨੂੰ ਕਦੇ ਵੀ ਪਿਆਰ ਨਹੀਂ ਕਰਦੇ। ਔਰ ਜਿਹੜੇ ਦੁਨੀਆ ਦੇ ਧਨ ਨੂੰ ਪਿਆਰ ਕਰਦੇ ਨੇ ਉਹ ਕਦੇ ਵੀ ਅਸਲੀ ਧਨ ਨੂੰ ਪਿਆਰ ਨਹੀਂ ਕਰ ਸਕਦੇ, ਕਿਉਂਕਿ ਪਵਿੱਤਰ ਸ਼ਾਸਤਰ ਦੱਸਦਾ, ਕਹਿੰਦਾ ਤੁਸੀਂ ਉਸ ਧਨ ਨੂੰ ਇਕੱਠਾ ਨਾ ਕਰੋ ਜਿਹਨੂੰ ਚੋਰ ਚੁਰਾ ਕੇ ਲੈ ਜਾਂਦੇ ਨੇ, ਜਿਹਨੂੰ ਰਿਸ਼ਤੇਦਾਰ ਖੋਹ ਕੇ ਲੈ ਜਾਂਦੇ ਨੇ, ਜਿਹਨੂੰ ਭੈਣ ਭਾਈ ਤੁਹਾਡੇ ਤੋਂ ਠੱਗੀ ਮਾਰ ਕੇ ਲੈ ਜਾਂਦੇ ਨੇ। ਤੁਸੀਂ ਉਸ ਧਨ ਨੂੰ ਤਿਆਰ ਕਰੋ ਜਿਹਨੂੰ ਜੰਗਾਲ ਨਹੀਂ ਲੱਗਦਾ, ਜਿਹੜਾ ਕਦੇ ਫੂਕਿਆ ਨਹੀਂ ਜਾਂਦਾ, ਜਿਹੜਾ ਕਦੇ ਸਾੜਿਆ ਨਹੀਂ ਜਾਂਦਾ, ਜਿਹੜਾ ਕਦੇ ਖੋਇਆ ਨਹੀਂ ਜਾਂਦਾ, ਜਿਹੜਾ ਕਦੇ ਚੁਰਾਇਆ ਨਹੀਂ ਜਾਂਦਾ। ਹਾਲੇਲੂਇਆ। ਉਹ ਧਨ ਦਾ ਨਾਮ ਹੈ ਧੰਨ ਸੁਆਮੀ ਪ੍ਰਭੂ ਯਿਸੂ ਮਸੀਹ, ਸਤਿਗੁਰੂ ਯਿਸੂ ਮਸੀਹ ਜੀ। ਹਾਲੇਲੂਇਆ। ਉਹ ਧਨ ਦਾ ਨਾਮ ਹੈ ਪ੍ਰਭੂ ਯਿਸੂ ਮਸੀਹ। ਮੇਰੇ ਅਜ਼ੀਜ਼ੋ, ਜਿਹੜੇ ਪਰਮੇਸ਼ਰ ਨੇ ਸਾਨੂੰ ਆਪਣੇ ਸਰੂਪ 'ਤੇ ਤਿਆਰ ਕੀਤਾ, ਜਿਹੜੇ ਪਰਮੇਸ਼ਰ ਨੇ ਸਾਨੂੰ ਬਚਾਉਣ ਦੇ ਲਈ ਆਪਣੀ ਜਾਨ ਦੇ ਦਿੱਤੀ, ਜਿਹੜੇ ਪਰਮੇਸ਼ਰ ਨੇ ਸਾਨੂੰ ਬਚਾਉਣ ਦੇ ਲਈ ਤੀਸਰੇ ਦਿਨ ਮੁਰਦਿਆਂ ਵਿੱਚੋਂ ਜਿੰਦਾ ਹੋ ਗਿਆ, ਉਹ ਤੁਹਾਨੂੰ ਕਦੇ ਵੀ ਭੁੱਖਾ ਨਹੀਂ ਸਲਾ ਸਕਦਾ। ਉਹ ਤੁਹਾਨੂੰ ਹਮੇਸ਼ਾ ਰਜਾਉਣ ਦੀ ਸਾਮਰਥ ਰੱਖਦਾ ਹੈ। ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਪਰਮੇਸ਼ਰ ਦੇ ਨਾਲ ਚੱਲੀਏ ਤਾਂ ਪਰਮੇਸ਼ਰ ਜੀ ਸਾਨੂੰ ਵਫਾਦਾਰੀ ਦੇ ਵਿੱਚ ਬਣਾ ਕੇ ਰੱਖਦੇ ਨੇ, ਜੇਕਰ ਅਸੀਂ ਚੱਲਣ ਦੀ ਚਾਹਤ ਰੱਖਦੇ ਹੋਈਏ। ਹਾਂਜੀ ਬੇਟਾ, ਅੱਗੇ ਪੜ੍ਹ ਦਿਓ ਬਚਨ। ਕਿਉਂ ਜੋ ਲਿਖਿਆ ਹੋਇਆ ਹੈ, ਭਾਈ ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤੁਰਾਈ ਵਿੱਚ ਫਸਾ ਦਿੰਦਾ ਹੈ। ਹਾਲੇਲੂਇਆ। ਕੀ ਕਰਦਾ ਉਹ? ਗਿਆਨੀਆਂ ਨੂੰ ਉਹਨਾਂ ਦੀ ਚਤੁਰਾਈ ਦੇ ਵਿੱਚ ਫਸਾ ਦਿੰਦਾ ਹੈ। ਮੇਰੇ ਪਿਆਰਿਓ, ਅਸੀਂ ਗਿਆਨੀ ਨਾ ਬਣੀਏ, ਅਸੀਂ ਗਿਆਨੀ ਨਾ ਬਣੀਏ। ਅਸੀਂ ਇੰਨੇ ਜਦੋਂ ਅਸੀਂ ਹਲੀਮ ਹੋ ਕੇ ਚੱਲਦੇ ਹਾਂ, ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਉਹ ਤੋਂ ਮੰਗੋ ਹਰ ਟਾਈਮ ਕਿ ਪਰਮੇਸ਼ਰ ਸਾਨੂੰ ਈਸ਼ਵਰੀ ਗਿਆਨ ਦੇ, ਕਿ ਪਰਮੇਸ਼ਰ ਸਾਨੂੰ ਈਸ਼ਵਰੀ ਬੁੱਧ ਦਿਓ। ਪਰਮੇਸ਼ਰ ਦਾ ਕਲਾਮ ਕਹਿੰਦਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ, ਜੇ ਢੂੰਡੋਗੇ ਤਾਂ ਤੁਸੀਂ ਲੱਭ ਲਓਗੇ। ਫਰਕ ਇੰਨਾ ਕੁ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਮੰਗਦੇ ਹੀ ਅਸੀਂ ਹੋਰ ਕੁਛ ਹਾਂ। ਪ੍ਰਭੂ ਸਾਨੂੰ ਗੱਡੀ ਦੇ ਦੇ, ਪ੍ਰਭੂ ਸਾਨੂੰ ਕੋਠੀ ਦੇ ਦੇ, ਪ੍ਰਭੂ ਸਾਨੂੰ ਕਾਰਾਂ ਦੇ ਦੇ, ਪ੍ਰਭੂ ਸਾਨੂੰ ਇਹ ਦੇ ਦੇ, ਪ੍ਰਭੂ ਸਾਨੂੰ ਉਹ ਦੇ ਦੇ। ਕਦੇ ਉਹ ਮੰਗੇ ਜਿਹਦੇ ਹੱਥ ਵਿੱਚ ਸਭੋ ਕੁਝ ਹੈ ਕਿ ਪ੍ਰਭੂ ਨਹੀਂ, ਮੈਨੂੰ ਤਾਂ ਯਿਸੂ ਦੀ ਜ਼ਰੂਰਤ ਹੈ, ਮੈਨੂੰ ਤੇਰੇ ਪੁੱਤਰ ਦੀ ਜ਼ਰੂਰਤ ਹੈ ਪ੍ਰਭੂ, ਮੈਨੂੰ ਉਹ ਚਾਹੀਦਾ ਜਿਹਨੇ ਮੈਨੂੰ ਬਚਾਉਣ ਦੇ ਲਈ ਆਪਣੇ ਹੱਥਾਂ ਪੈਰਾਂ 'ਚ ਗਿੱਲ ਕਢਵਾਏ ਨੇ, ਮੈਨੂੰ ਉਹਦੀ ਜ਼ਰੂਰਤ ਹੈ ਜਿਹਦੇ ਲਹੂ ਨੇ ਮੈਨੂੰ ਸਾਫ਼ ਕੀਤਾ, ਮੈਨੂੰ ਉਹਦੀ ਜ਼ਰੂਰਤ ਹੈ ਜਿਹਦੇ ਸਾਮਰਥੀ ਲਹੂ ਨੇ ਮੈਨੂੰ ਜ਼ਿੰਦਗੀ ਜੀਣਾ ਸਿਖਾਇਆ ਹੈ। ਹਾਲੇਲੂਇਆ। ਔਰ ਜਦੋਂ ਉਹ ਪਵਿੱਤਰ ਲਹੂ ਤੁਹਾਡੇ ਅੰਦਰ ਆ ਜਾਂਦਾ ਤਾਂ ਸੱਚ ਜਾਣਿਓ ਤੁਹਾਡੇ ਬਿਜ਼ਨਸ ਵੀ ਪਵਿੱਤਰ ਹੁੰਦੇ ਨੇ, ਤੁਹਾਡੀ ਜ਼ਿੰਦਗੀ ਵੀ ਪਵਿੱਤਰ ਹੁੰਦੀ ਹੈ, ਤੁਹਾਡੇ ਰਿਸ਼ਤੇਦਾਰ ਵੀ ਪਵਿੱਤਰ ਹੁੰਦੇ ਨੇ, ਔਰ ਤੁਹਾਡਾ ਨਾਮ ਵੀ ਉੱਚੇ ਬੁਲੰਦੀਆਂ 'ਤੇ ਬੋਲਿਆ ਜਾਂਦਾ। ਹਾਲੇਲੂਇਆ।
सो मेरे प्यारिओ असीं पवित्रताई नूं जाणीए ते पवित्र आत्मा दे नाल असीं साਂਝੇ बन के उहदे नाल ਚੱਲੀਏ हर टाइम। हाँ जी बेटा जी ਇਹਦੀ पहला कुरंथियां 4 ਉਹਦੀ 14 आयत पढ़ दो। हाँ हाँ मैं ਇਹ ਗੱਲਾਂ हाँ ਤੁਹਾਨੂੰ ਲੱਜਿਆਵਾਨ ਕਰਨ ਲਈ ਨਹੀਂ ਸਗੋਂ ਆਪਣੇ ਪਿਆਰਿਆਂ ਬਾਲਕਾਂ ਵਾਂਗ ਸਮਝਾਉਣ ਲਈ ਲਿਖਦਾ ਹਾਂ। ਹਾਲੇਲੂਇਆ। ਸੋ ਮੇਰੇ ਪਿਆਰਿਓ ਇਸ ਜਗ੍ਹਾ ਤੇ ਬਚਨ ਕਹਿ ਰਿਹਾ, ਕਹਿੰਦਾ ਮੈਂ ਤੁਹਾਨੂੰ ਲੱਜਿਆਵਾਨ ਕਰਨ ਦੇ ਲਈ ਨਹੀਂ ਕਹਿੰਦਾ। ਜੋ ਵੀ ਗੱਲਾਂ ਮੈਂ ਬੋਲ ਰਹੀਆਂ ਨੇ ਇਹ ਮੈਂ ਇਸ ਕਰਕੇ ਨਹੀਂ ਕਹੀਆਂ ਕਿ ਮੈਂ ਤੁਹਾਨੂੰ ਲੱਜਿਆਵਾਨ ਕਰਦਾ ਹਾਂ। नो ਇਹ ਗੱਲਾਂ ਤਾਂ ਕਹੀਆਂ ਗਈਆਂ ਨੇ ਕਿ ਉਹ ਸਾਨੂੰ ਉਹ ਲੱਜਿਆਵਾਨ ਜਿਹੜੇ ਕੰਮ ਸਾਨੂੰ ਕਰਦੇ ਨੇ ਉਹਨਾਂ ਤੋਂ ਸਾਨੂੰ ਬਚਾ ਕੇ ਸਾਨੂੰ ਹਮੇਸ਼ਾ ਪਵਿੱਤਰਤਾਈ ਦੇ ਵਿੱਚ ਰੱਖਿਆ ਜਾਵੇ ਤੇ ਸਾਡੀਆਂ ਬਲੈਸਿੰਗਸ ਸਾਡੀਆਂ ਬਰਕਤਾਂ ਉਹ ਕਦੇ ਵੀ ਨਾ ਰੁਕਣ। ਮੇਰੇ ਪਿਆਰੋ ਮੈਂ ਇੱਕ ਗੱਲ ਦੱਸਣੀ ਚਾਹਾਂਗਾ ਕਿ ਜਦੋਂ ਪਵਿੱਤਰ ਆਤਮਾ ਜੀ ਆਉਂਦੇ ਨੇ ਉਦੋਂ ਸਭ ਨੂੰ ਪਤਾ ਚੱਲ ਜਾਂਦਾ ਕਿ ਪਵਿੱਤਰ ਆਤਮਾ ਆ ਰਿਹਾ। जोर की प्रार्थना करांगे असीं हालेलुया री बाबा ला राशा ना 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 ला रखा ला ला बाबा असीं सारे जने करते हैं और उच्ची दिन कर लिया प्रभु तेरा धन्नवाद 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 धन्नवाद। फिर स्पीड भी बढ़ जाती है, अखां चों पानी भी आना शुरू हो जाता, वासियां भी आंदियां ने, तरह तरह दी इंडिकेशनां होणियां शुरू हो जांदियां ने। फिर सानू अंदरों आनंद भी आना शुरू हो जाता कि हाँ जी पवित्र आत्मा जी आ गए। की हो गया? पवित्र आत्मा जी आ गए। सो मेरे अजीजो हुण पवित्र आत्मा जांदा कदों है? आण दा तां पता लग गया कि पवित्र आत्मा आ गया, वो 4 बंदियां नूं होर पता लग गया भी देखो ये पवित्र आत्मा आ गया, लेकिन जाण दा किसी नूं नहीं पता लगदा भी वो जांदा कदों है। पवित्र आत्मा जी जांदे ने तुहाडे गलत फैसलिਆਂ ਤੋਂ, पवित्र आत्मा जी जांदे ने तुहाडे शरीर ਦੇ ਦੁਆਰਾ ਕੀਤੇ ਹੋਏ गलत ਕੰਮਾਂ ਤੋਂ, पवित्र आत्मा जी ਉੱਡਦੇ ਨੇ ਤੁਹਾਡੇ ਕੀਤੇ ਹੋਏ गलत ਵਿਚਾਰਾਂ ਤੋਂ। हालेलुया। सो मेरे अजीजों असी पवित्र आत्मा दे विच हमेशा दे लई बने रहिए और असी ने कदे भी इदां नहीं करना, क्योंकि परमेश्वर सानू जो भी गल्लां दसदा, जेकर असी अपने बच्चे दे एक थप्पड़ भी मारदे हैं ना उन्होंने ये समझ के नहीं मारते कि इहदी बेइज्जती हुई आ, उन्होंने ये समझ के मारते हैं कि अगे तो ये गलत काम ना करे, क्योंकि बच्चा आ जे इनू नहीं इनू तो हजे पता नहीं इन्हें तो करता, लेकिन इहदा रिजल्ट माड़ा की निकलने नूं बाद चों पता लगना। ये थप्पड़ असीं उदों उहनूं तां मारदे हां कि काका तैने अगे तो लड़ाई नहीं पानी। उन्होंने नहीं पता कि जे मैं सामने लड़ाई पा के बंदा मारता तो मैनूं 20 साल की सज़ा हो जानी है। वो सज़ा तो तुहानूं पता है जिहड़े तुसीं उहदे बाप हो, बच्चे नूं नहीं पता। तुसीं थप्पड़ तां मारिया भी काका जे तैने इहदे कुछ मारता तो मर जूगा, जे मर गया तो तू 20 साल वास्ते जेल च जाएगा। थप्पड़ तां मारिया कि तुसीं अगे तो लड़ाई ना लवो। जे बाप एक थप्पड़ मारदा बच्चे दे तो उन्होंने उसकी बेइज्जती करने वास्ते या उन्होंने लज्जावान करने वास्ते नहीं मारदा, उन्होंने समझाने वास्ते मारदा कि पुत्र अगे टोआ है, जे तेनू ना झिड़क दित्ती तेनू ना मारिया तो तू टोए च डिगदा क्यों? क्योंकि मैं तो डिग गया सी उत्थे, मैनू तां पता है। हालेलुया। इस करके मेरे अजीजों परमेश्वर जी जो भी कहते हैं सानू लज्जावान करने दे लई नहीं कहते, वो सानू पवित्र आत्मा दे नाल बचाउण दे लई कहते हैं, वो सानू सामर्थी लहू दे द्वारा बचाउण दे लई कहते हैं, वो सानू जुड़े रहण दे लई कहते हैं कि अपनी पवित्र नूं पवित्र रखो, हैकल नूं कि अपनी हैकल नूं साफ सुथरी रखो ताकि मेरा आउणा जाना मेरे घर दे विच बनिया रहे। हालेलुया। इस करके परमेश्वर तुहानूं सारिआं नूं आशीष देण। जिन्ने भी जान इस वीडियो नूं देखणगे या देख रहे ने मैं उन्हां दा धन्नवाद करदा। आओ मैं तुहाडे लई एक छोटी प्रार्थना करदा हाँ। पिता परमेश्वर जी मैं इन्हां दे लई दुआ प्रार्थना करदा हाँ, एक एक जानू तेरे हत्थां दे विच सौंपदा प्रभु जी, जिन्हां ने भी तेरे वचन नूं ग्रहण कीता प्रभु उन्हां दीआं जिंदगियां बदल जाण, उन्हां दे विच रूह पाक आत्मा जाना शुरू हो जाए। खुदावंद इन्हां दे विच तेरा आत्मा इसे टाइम जुम्मस करे। यह दुआ प्रार्थना यीशु मसीह नासरी जी दे नाम दे विच मैं मंगदा पिता परमेश्वर जी कोलों। आमीन आमीन आमीन। गॉड ब्लैस यू। परमेश्वर तुहानूं आशीष देवे। असीं फिर मिलांगे जदों पवित्र आत्मा दी आवाज़। आमीन।